ਰਿਫਿਊਜ਼ਲ ਵਧੀ ਹੋਈ ਹੈ ਔਰ ਰਿਫਿਊਜ਼ਲ ਦੇ ਪਿੱਛੇ ਵੀ ਮੁੱਖ ਕਾਰਨ ਸਟੱਡੀ ਪਲਾਨ ਨਜ਼ਰ ਆਂਦਾ ਪਿਆ। ਬੱਚੇ ਨੇ ਜਿਹੜੀ ਇੱਥੇ ਦੀ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਉਹਦੀ ਕੋਰਸਪੋਂਡਿੰਗ ਉੱਥੇ ਮੇਲ ਖਾਂਦੀ ਪੜ੍ਹਾਈ ਨਹੀਂ ਕੀਤੀ। ਫੋਰ ਐਗਜ਼ਾਮਪਲ ਇੱਥੇ ਕੀਤੀ 12ਵੀਂ ਮੈਥਸ ਨਾਲ, ਫਿਜ਼ਿਕਸ ਕੈਮਿਸਟਰੀ ਮੈਥਸ, ਤੇ ਕੋਰਸ ਲੈ ਰਿਹਾ ਹਸਪਿਟੈਲਿਟੀ ਦਾ। ਸੋ ਐਮਬੈਸੀ ਇਸ ਚੀਜ਼ ਤੇ ਕੁਐਸਚਨ ਕਰ ਰਹੀ ਹੈ ਔਰ ਚੈਲੰਜ ਕਰ ਰਹੀ ਹੈ ਕਿ ਮੈਥਸ ਕਰਨ ਤੋਂ ਬਾਅਦ ਤੁਸੀਂ ਹਸਪਿਟੈਲਿਟੀ ਹੀ ਜੇ ਕਰਨਾ ਸੀ ਤੇ ਫਿਰ ਤੁਸੀਂ 12ਵੀਂ ਵਿੱਚ ਆਰਟਸ ਕਿਉਂ ਨਹੀਂ ਰੱਖਿਆ। ਹੁਣ ਉਹ ਗੱਲਾਂ ਤਾਂ ਹੈ ਨਹੀਂ ਕਿ ਕੈਨੇਡਾ ਅਮਰੀਕਾ 'ਚ ਪੇੜ ਤੇ ਪੇੜਾਂ ਦੇ ਡਾਲਰ ਲੱਗੇ ਜਾ ਕੇ ਬਸ ਤੋੜੀ ਜਾਓ ਤੇ ਆਪਣਾ ਕੰਮ ਬਣ ਜੂ। ਹੁਣ ਉਹ ਗੱਲਾਂ ਨਹੀਂ। ਇੱਕ ਸਕਿੱਲ ਅਗਰ ਆਪਣੀ ਇਨਹੈਂਸ ਕਰੋਗੇ, ਚੰਗੀ ਤਾਲੀਮ ਹਾਸਲ ਕਰੋਗੇ ਤਾਂ ਹੀ ਅੱਗੇ ਚੰਗੀ ਨੌਕਰੀ ਮਿਲੂਗੀ ਔਰ ਅੱਛਾ ਭਵਿੱਖ ਮਿਲੂਗਾ। ਨਹੀਂ ਤਾਂ ਉਹੀ ਪੈਟੀ ਜੌਬ 15-18 ਡਾਲਰ ਵਾਲੀ ਘੰਟੇ ਦੀ ਕਰਦੇ ਰਹਿ ਜਾਓ। ਬੱਚੇ ਮੈਨੂੰ ਲੱਗਦਾ ਕਿ ਇਹ ਵੀ ਜ਼ਿਆਦਾ ਸੋਚਦੇ ਆ ਵੀ ਯਾਰ ਜਾ ਕੇ ਤਾਂ ਉੱਥੇ ਕੰਮ ਹੀ ਕਰਨਾ ਹੈ, ਛੱਡ ਪਰੇ ਕੋਰਸ ਕੀ ਦੇਖਣਾ ਆ, ਕੈਨੇਡਾ ਰੱਖਣ ਜੋਗਾ ਕਰ ਲਵੇ ਵੀ ਭਾਈ ਇਹ ਤੈਨੂੰ ਰੱਖਾਂਗੇ, ਤੈਨੂੰ ਕੱਢਾਂਗੇ ਨਹੀਂ ਬਾਹਰ। ਤੁਸੀਂ ਰੀਅਲ ਏਸਟੇਟ ਵਿੱਚ ਵੀ ਜਾਣਾ ਜੇ ਪੜ੍ਹੇ ਲਿਖੇ ਹੋਵੋਗੇ, ਬਿਜ਼ਨਸ ਦੇ ਕੋਈ ਕੋਰਸ ਕੀਤੇ ਹੋਵੋਗੇ ਤੇ ਰੀਅਲ ਏਸਟੇਟ ਵਿੱਚ ਵੀ ਤੁਸੀਂ ਕਾਮਯਾਬ ਇੱਕ ਆਰਡੀਨਰੀ ਔਰ ਐਵਰੇਜ ਬੱਚੇ ਨਾਲ ਹੋਵੋਗੇ। ਇਹ ਐਜੂਕੇਸ਼ਨ ਫੇਅਰਸ 12 ਸਤੰਬਰ ਤੋਂ ਕਰਵਾਏ ਜਾ ਰਹੇ ਆ। ਲੁਧਿਆਣੇ ਤੋਂ ਇਸ ਵਾਰੀ ਆਪਾਂ ਸ਼ੁਰੂ ਕਰ ਰਹੇ ਹਾਂ। ਲੁਧਿਆਣੇ ਹੋਟਲ ਪਾਰਕ ਪਲਾਜ਼ਾ ਵਿੱਚ ਇਹ ਸੈਮੀਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। 12 ਸਤੰਬਰ ਦਿਨ ਐਤਵਾਰ, 13 ਸਤੰਬਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਲੰਧਰ ਹੋਟਲ ਰਮਾਡਾ, 14 ਸਤੰਬਰ ਨੂੰ ਮੋਗਾ, 15 ਸਤੰਬਰ ਨੂੰ ਬਠਿੰਡਾ। ਪਹਿਲਾ ਫਾਇਦਾ ਦਾਖਲਾ ਜਲਦੀ ਮਿਲਦਾ ਪਿਆ ਹੈ। ਸਤੰਬਰ 'ਚ ਫਾਈਲ ਲਾਓ ਜੇ ਜਨਵਰੀ ਜਾਣਾ ਚਾਹੁੰਦੇ ਹੋ। ਨਵੰਬਰ ਵਿੱਚ ਜੇ ਜਨਵਰੀ ਇਨਟੇਕ ਦੀ ਫਾਈਲ ਲਾਉਂਗੇ ਤੇ ਖੁੰਝੇ ਜਾਓਗੇ ਸਤੰਬਰ 2022 ਤੇ। ਉਹ ਨਹੀਂ ਸੁਣਨਾ ਚਾਹੁੰਦੀ ਕਿ ਆਪਾਂ ਵਾਪਸ ਆਵਾਂਗੇ। ਉਹਨਾਂ ਨੂੰ ਪਤਾ ਕਿਸੇ ਪੰਜਾਬੀ ਨੇ ਵਾਪਸ ਨਹੀਂ ਆਣਾ, ਨਾ ਕੋਈ ਆਇਆ ਸੀ ਨਾ ਕੋਈ ਆਊਗਾ, ਉਹਨਾਂ ਨੂੰ ਸਭ ਪਤਾ ਹੈ। ਇਸ ਲਈ ਉਹ ਸੁਣਨਾ ਵੀ ਨਹੀਂ ਚਾਹੁੰਦੇ। ਔਰ ਇਹੀ ਚੀਜ਼ ਜਦੋਂ ਆਪਾਂ ਐਮਬੈਸੀ ਨੂੰ ਦੱਸੀ ਕਿ ਇਹ ਬੱਚਾ ਇੱਕ ਲੇਬਰ ਫੈਮਿਲੀ 'ਚੋਂ ਹੈ ਜਿਨ੍ਹਾਂ ਦੇ ਪਰਿਵਾਰ ਨੇ ਕਦੀ 10 ਪੁਸ਼ਤਾਂ ਪਿੱਛੇ ਕਦੀ 10 ਪੁਸ਼ਤਾਂ ਅੱਗੇ ਸੋਚਿਆ ਵੀ ਨਹੀਂ ਸੀ ਕਿ ਉਹ ਬੱਚਾ ਬਾਹਰ ਜਾ ਸਕੇਗਾ। ਇਹ ਸਟੋਰੀ ਜਦੋਂ ਐਮਬੈਸੀ ਨੂੰ ਦੱਸੀ ਤਾਂ ਉਹਦਾ ਵੀਜ਼ਾ ਵੀ ਆ ਗਿਆ। ਪਹਿਲਾਂ ਇੰਨੇ ਕਿ ਦੋ, ਬਾਕੀ ਸਾਰਾ ਵੀਜ਼ੇ ਤੋਂ ਬਾਅਦ ਜਾਂ ਫਿਰ ਕਿ ਕੈਨੇਡਾ ਪਹੁੰਚਣ ਤੋਂ ਬਾਅਦ। ਉਹ ਸੱਚ ਕੀ ਹੈ? ਬੜਾ ਕਲੀਅਰ ਇੱਕ ਐਫੀਡੇਵਿਟ ਲਈਦਾ ਬੱਚਿਆਂ ਤੋਂ ਕਿ ਤੁਸੀਂ ਸਾਨੂੰ ਲਿਖਤੀ ਦੇ ਦਿਓ ਕਿ ਤੁਹਾਡੀ ਮੈਰਿਜ ਇੱਕ ਕੰਟਰੈਕਟ ਤਾਂ ਨਹੀਂ ਹੈਗੀ। ਜੇ ਕੰਟਰੈਕਟ ਹੈ ਤਾਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਹੈ। ਬਾਕੀ ਮੁਲਕਾਂ ਤੋਂ ਡਿਮਾਂਡ ਵੱਧਦੀ ਪਈ ਹੈ ਕਿਉਂਕਿ ਪੰਜਾਬ ਵਿੱਚ ਪੜ੍ਹਾਈ ਤੇ ਘੱਟ ਜ਼ੋਰ ਹੈ, ਪੱਕੇ ਹੋਣ ਤੇ ਜ਼ਿਆਦਾ ਜ਼ੋਰ ਹੈ। ਇਸ ਲਈ ਇਹਨਾਂ ਨੂੰ ਥੋੜਾ ਜਿਹਾ ਹਜੇ ਮਨਾ ਕੀਤਾ ਜਾਵੇ। ਸੋ ਇਸ ਲਈ ਇਹ ਆਪਾਂ ਸੁਧਰਨਾ ਪੈਣਾ, ਨਹੀਂ ਤਾਂ ਆਉਣ ਵਾਲਾ ਕੋਈ ਜ਼ਿਆਦਾ ਉਜਵਲ ਨਹੀਂ ਲੱਗ ਰਿਹਾ। ਆਪਾਂ ਇਹਨੂੰ ਥੋੜਾ ਜਿਹਾ ਆਪ ਹੀ ਕੰਟਰੋਲ ਕਰਨਾ ਹੈ। ਆਉਣ ਵਾਲੇ ਜਿਹੜੇ ਸਾਡੇ ਭੈਣ ਭਾਈ ਹੈ, ਸਿਬਲਿੰਗਸ ਹੈ, ਉਹਨਾਂ ਲਈ ਕਿਤੇ ਕੈਨੇਡਾ ਇੱਕ ਸੁਪਨਾ ਬਣ ਕੇ ਨਾ ਰਹਿ ਜਾਵੇ। ਸਤਿ ਸ਼੍ਰੀ ਅਕਾਲ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ। ਕੋਵਿਡ ਦੇ ਦੌਰ ਤੋਂ ਬਾਅਦ ਸਾਰੇ ਬੱਚਿਆਂ ਦੇ ਲਈ ਇਹ ਮੁਸੀਬਤ ਬਣੀ ਹੋਈ ਸੀ ਕਿ ਹੁਣ ਵਿਦੇਸ਼ਾਂ ਦੇ ਵਿੱਚ ਕਿਵੇਂ ਜਾਣਾ ਹੈ, ਕਿਉਂਕਿ ਕੋਵਿਡ ਦਾ ਦੌਰ ਜਦੋਂ ਚੱਲਿਆ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪਾਬੰਦੀਆਂ ਲੱਗ ਗਈਆਂ, ਬਹੁਤ ਸਾਰੇ ਰੂਲਸ ਬਦਲ ਗਏ। ਬਹੁਤ ਸਾਰੇ ਬੱਚੇ ਪੰਜਾਬ ਦੇ ਅਜਿਹੇ ਸੀ ਜਿਨ੍ਹਾਂ ਦੇ ਵੀਜ਼ੇ ਆਏ ਵੀ, ਟਿਕਟ ਵੀ ਉਹਨਾਂ ਦੀ ਕਰਾ ਦਿੱਤੀ ਗਈ ਸੀ, ਪਰ ਇੱਕ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਫਲਾਈਟਾਂ ਬੰਦ ਹੋ ਗਈਆਂ। ਹੁਣ ਅਸੀਂ ਕੈਨੇਡਾ ਜਾਂ ਫਿਰ ਹੋਰ ਜਿਹੜੀ ਵੀ ਕੰਟਰੀ ਉੱਥੇ ਜਿੱਥੇ ਉਹਨਾਂ ਨੇ ਜਾਣਾ ਸੀ ਉੱਥੇ ਨਹੀਂ ਜਾ ਸਕਦੇ। ਤਾਂ ਬੱਚੇ 2 ਜਾਂ 3 ਮਹੀਨਿਆਂ ਤੋਂ ਲਗਭਗ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਤੇ ਸਿਰਫ ਸੁਪਨੇ ਹੀ ਦੇਖ ਰਹੇ ਨੇ ਕਿ ਅਸੀਂ ਬਾਹਰ ਕਦੋਂ ਜਾਵਾਂਗੇ, ਕਿਹੜਾ ਉਹ ਵੇਲਾ ਆਊਗਾ ਜਦੋਂ ਸਾਡੀ ਫਲਾਈਟ ਜਿਹੜੀ ਹੈ ਉਹ ਕੈਨੇਡਾ ਜਾਂ ਅਮਰੀਕਾ ਵਰਗੇ ਕੰਟਰੀਜ਼ ਦੇ ਵਿੱਚ ਪਹੁੰਚੇਗੀ। ਤਾਂ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲੈ ਰਹੇ ਹਾਂ ਇਸ ਸਮੇਂ ਪਿਰਾਮਿਡ ਈ ਸਰਵਿਸਿਜ਼ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਮੈਂ ਮੌਜੂਦ ਹਾਂ। ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਜਿਹੜੇ ਪਵਨੂਰ ਸਿੰਘ ਵੇਦੀ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੂਰੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਂਦੇ ਹਾਂ ਤੇ ਬੱਚਿਆਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਇੱਕ ਵਾਰ ਅਸੀਂ ਜ਼ਰੂਰ ਕਰਾਂਗੇ। ਔਰ ਨਾਲ ਦੀ ਨਾਲ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹਨਾਂ ਦੇ ਵੱਲੋਂ ਇੱਕ ਕੈਨੇਡੀਅਨ ਐਜੂਕੇਸ਼ਨ ਫੇਅਰ ਵੀ ਕਰਵਾਇਆ ਜਾ ਰਿਹਾ, ਇੱਕ ਵੱਡਾ ਮੇਲਾ ਕਰਵਾਇਆ ਜਾ ਰਿਹਾ, ਸਿੱਖਿਆ ਮੇਲਾ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਬੱਚਿਆਂ ਦੇ ਲਈ ਬਹੁਤ ਸਾਰੀਆਂ ਓਪਰਚੁਨਿਟੀਜ਼ ਹੋਣਗੀਆਂ ਕਿ ਉਹ ਇੱਥੇ ਆ ਸਕਦੇ ਨੇ ਅਤੇ ਆਪਣੇ ਜਿੰਨੇ ਵੀ ਸਵਾਲ ਨੇ ਉਹਨਾਂ ਦੇ ਜਵਾਬ ਲੈ ਸਕਦੇ ਨੇ। ਕਿਹੜੇ ਤਰੀਕਿਆਂ ਦੇ ਨਾਲ ਉਹ ਬਾਹਰ ਜਾ ਸਕਦੇ ਨੇ, ਕੀ ਕੁਝ ਵੱਖਰਾ ਹੋ ਸਕਦਾ ਹੈ, ਜਿਹੜੀਆਂ ਵੀ ਉਹਨਾਂ ਦੀਆਂ ਮਤਲਬ ਕਿ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਉਹ ਮੁਸ਼ਕਲਾਂ ਸਾਰੀਆਂ ਇਹਨਾਂ ਦੇ ਵੱਲੋਂ ਦੂਰ ਕੀਤੀਆਂ ਜਾਣਗੀਆਂ। ਤਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜਗਬਾਣੀ ਤੇ। ਧੰਨਵਾਦ ਜੀ, ਸੱਦਾ ਦੇਣ ਲਈ ਇਸ ਮੰਚ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਦੇਰ ਤੋਂ ਜਗਬਾਣੀ ਟੀਵੀ ਤੇ ਆ ਕੇ ਬੱਚਿਆਂ ਨੂੰ ਜਿਹੜੀ ਇਨਫੋਰਮੇਸ਼ਨ ਹੈ, ਜਿਹੜੇ ਪ੍ਰੋਬਲਮਸ ਚੱਲ ਰਹੀਆਂ ਕੋਵਿਡ ਰਿਲੇਟਿਡ, ਟਰੈਵਲ ਦੀਆਂ ਪ੍ਰੋਬਲਮਸ ਚੱਲ ਰਹੀਆਂ, ਆਪਾਂ ਪਲਾਨ ਕਰ ਰਹੇ ਸੀ। ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਆਏ ਕਿਉਂਕਿ ਬਹੁਤ ਇਨਫੋਰਮੇਸ਼ਨ ਦੇ ਵਿੱਚ ਹਜੇ ਵੀ ਝੋਲ ਜਿਹਾ ਕੀਤਾ ਜਾ ਰਿਹਾ ਹੈ। ਕੋਈ ਸਿੱਧੇ ਤਰੀਕੇ ਨਾਲ ਕਾਫੀ ਵਾਰੀ ਜਿਹੜੇ ਕੰਸਲਟੈਂਟ ਹੈ ਇਨਫੋਰਮੇਸ਼ਨ ਨਹੀਂ ਦਿੰਦੇ, ਜਿਸ ਕਰਕੇ ਬੱਚੇ ਬੜੇ ਵੱਡੇ ਲੈਵਲ ਤੇ ਮਿਸਗਾਈਡ ਹੁੰਦੇ ਆ। ਅੱਜ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਬੱਚਾ ਕੈਨੇਡਾ ਨੂੰ ਟਰੈਵਲ ਕਰ ਰਿਹਾ ਕਿਉਂਕਿ ਡਾਇਰੈਕਟ ਫਲਾਈਟਾਂ ਦੀ ਬੈਨ ਹੋਣ ਕਰਕੇ
ਕੈਨੇਡਾ ਵਿੱਚ ਇਸ ਵੇਲੇ ਡਾਇਰੈਕਟ ਫਲਾਈਟਾਂ ਨਹੀਂ ਜਾ ਰਹੀਆਂ, ਉਹਦਾ ਬੈਨ ਹੋਣ ਕਰਕੇ ਬੱਚਿਆਂ ਨੂੰ ਵਾਇਆ ਜਾਣਾ ਪੈ ਰਿਹਾ। ਫੋਰ ਐਗਜ਼ਾਮਪਲ ਦੁਬਈ ਚਲਾ ਗਿਆ, ਦੁਬਈ ਤੋਂ ਫਰੈਂਕਫਰਟ ਚਲਾ ਗਿਆ, ਫਰੈਂਕਫਰਟ ਤੋਂ ਟੋਰਾਂਟੋ ਚਲਾ ਗਿਆ, ਜਾਂ ਕੋਈ ਰਸ਼ੀਆ ਦਾ ਰੂਟ ਆ ਗਿਆ, ਕੋਈ ਮਲੇਸ਼ੀਆ ਦਾ ਰੂਟ ਆ ਗਿਆ, ਕੋਈ ਮਾਲਦੀਵਸ ਦਾ ਰੂਟ ਆ ਗਿਆ। ਹੋ ਕੀ ਰਿਹਾ ਕਿ ਜਿਹੜੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਓਰੀਐਂਟ ਨਹੀਂ ਕੀਤਾ ਜਾ ਰਿਹਾ ਕਿ ਜਦੋਂ ਤੁਸੀਂ ਟਰੈਵਲ ਕਰਨਾ ਹੈ ਇਹ 3-4 ਚੀਜ਼ਾਂ ਦਾ ਧਿਆਨ ਰੱਖਣਾ ਹੈ। ਬੱਚਾ ਉੱਥੇ ਜਾ ਕੇ ਸਟਕ ਹੋ ਰਿਹਾ, ਅੱਛਾ ਉੱਥੇ ਜਾ ਕੇ ਸਟਕ ਹੋ ਰਿਹਾ, ਸਾਨੂੰ ਰੋਜ਼ ਫੋਨ ਆਉਂਦੇ ਆ ਕਿ ਜੀ ਆਪਾਂ ਫਲਾਣੇ ਏਜੰਟ ਤੋਂ ਅਪਲਾਈ ਕੀਤਾ ਸੀ ਪਰ ਆਪਾਂ ਇਸ ਵੇਲੇ ਮਾਲਦੀਵਸ ਵਿੱਚ ਸਟਕ ਆ, ਸਾਨੂੰ ਕਿਹਾ ਜਾ ਰਿਹਾ ਕਿ ਮੈਡੀਕਲ ਤੁਹਾਡਾ ਐਕਸਪਾਇਰ ਹੋ ਗਿਆ ਤੇ ਕੀ ਕੀਤਾ ਜਾਵੇ। ਸੋ ਸਾਡਾ ਨੈਤਿਕ ਫਰਜ਼ ਹੈ ਆਪਾਂ ਉਹਨਾਂ ਦੀ ਮਦਦ ਕਰਦੇ ਹਾਂ, ਦੱਸਦੇ ਹਾਂ, ਕਿਉਂਕਿ ਇਹ ਇਨਫੋਰਮੇਸ਼ਨ ਜ਼ਿਆਦਾਤਰ ਏਜੰਟਾਂ ਕੋਲ ਵੀ ਅਵੇਲੇਬਲ ਨਹੀਂ ਹੈ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ। ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿੱਧੇ ਤੌਰ ਤੇ ਮੈਂ ਇਹ ਗੱਲ ਕਹਿਣੀ ਹੈ। ਤਾਂ ਫਿਰ ਸ਼ੁਰੂ ਕਰਦੇ ਹਾਂ ਕਿ ਸਭ ਤੋਂ ਪਹਿਲੀ ਗੱਲ, ਜੇ ਹੁਣ ਕੋਵਿਡ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੇਨ ਰਿਐਲਿਟੀ ਕੀ ਹੈ ਕਿ ਬੱਚਿਆਂ ਦੇ ਵੀਜ਼ੇ ਲੱਗ ਰਹੇ ਨੇ, ਛੇਤੀ ਲੱਗ ਰਹੇ ਨੇ, ਕੈਨੇਡਾ ਜਾਂ ਅਮਰੀਕਾ ਵਰਗੇ ਜਿਹੜੀ ਕੰਟਰੀਜ਼ ਨੇ ਉਹ ਵੀਜ਼ੇ ਲੱਗ ਰਹੇ ਆ, ਪਰ ਵੀਜ਼ਾ ਲੱਗਣ ਤੋਂ ਬਾਅਦ ਆਪਾਂ 2-3 ਚੀਜ਼ਾਂ ਦਾ ਧਿਆਨ ਰੱਖਣਾ ਹੈ। ਪਹਿਲੀ ਚੀਜ਼, ਟਰੈਵਲ ਕਰਨ ਤੋਂ ਪਹਿਲੇ ਆਪਾਂ ਇਨਸ਼ੋਰ ਕਰਨਾ ਹੈ ਕਿ ਤੁਹਾਡਾ ਜਿਹੜਾ ਮੈਡੀਕਲ ਆਪਾਂ ਕਰਵਾਇਆ ਹੈ, ਖਾਸ ਕਰ ਕੈਨੇਡਾ ਦੀ ਮੈਂ ਗੱਲ ਕਰਦਾ ਪਿਆ, ਕਿ ਜਿਹੜਾ ਮੈਡੀਕਲ ਕਰਾਇਆ ਉਹ ਵੈਲਿਡ ਹੋਣਾ ਚਾਹੀਦਾ। ਮੈਡੀਕਲ ਦੀ ਵੈਲਿਡਿਟੀ 6 ਮਹੀਨੇ ਦੀ ਹੁੰਦੀ ਹੈ। ਯੂਜੂਅਲੀ ਬੱਚਾ ਬਗੈਰ ਦੇਖੇ ਬਗੈਰ ਸਮਝੇ ਕਿ ਸਾਡਾ ਮੈਡੀਕਲ ਵੈਲਿਡ ਹੈ ਕਿ ਨਹੀਂ ਹੈ ਟਰੈਵਲ ਕਰ ਲੈਂਦਾ। ਜਦੋਂ ਟਰੈਵਲ ਕਰਦਾ ਹੈ ਰਸਤੇ ਵਿੱਚ ਜਿਹੜੇ ਰੂਟ ਤੇ ਰੁਕਦਾ ਹੈ ਅੱਗੇ ਫਲਾਈਟ ਨਹੀਂ ਬੋਰਡ ਕਰ ਪਾਉਂਦਾ ਕਿਉਂਕਿ ਉੱਥੇ ਆਉਂਦਾ ਕਿ ਤੁਹਾਡਾ ਮੈਡੀਕਲ ਐਕਸਪਾਇਰ ਹੋ ਚੁੱਕਾ ਹੈ, ਉਹਦਾ ਅਕਾਊਂਟ ਹੀ ਫਰੀਜ਼ ਹੋ ਜਾਂਦਾ ਹੈ। ਸੋ ਮੈਡੀਕਲ ਦੇਖੋ ਕਿ ਤੁਹਾਡਾ ਵੈਲਿਡ ਹੈ ਕਿ ਨਹੀਂ ਹੈ। ਦੂਜੀ ਸਭ ਤੋਂ ਇੰਪੋਰਟੈਂਟ ਚੀਜ਼, ਮੈਡੀਕਲ ਨੂੰ ਲੈ ਕੇ ਕਈ ਵਾਰੀ ਬੱਚਾ ਮੈਡੀਕਲ ਤਾਂ ਕਰਵਾ ਲੈਂਦਾ ਕਿ ਮੇਰਾ ਪੁਰਾਣਾ ਮੈਡੀਕਲ ਵੈਲਿਡ ਨਹੀਂ ਸੀਗਾ, ਮੈਂ ਨਵਾਂ ਮੈਡੀਕਲ ਕਰਵਾ ਲੈਂਦਾ, ਮੈਡੀਕਲ ਕਰਾ ਕੇ ਨਾਲ ਹੀ ਫਲਾਈ ਕਰ ਦਿੰਦਾ। ਅੱਛਾ, ਮੈਡੀਕਲ ਕਰਾ ਕੇ ਘੱਟ ਤੋਂ ਘੱਟ 3 ਹਫ਼ਤੇ ਦਾ ਸਮਾਂ ਦਿਓ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ। ਮੈਡੀਕਲ ਕਰਵਾ ਕੇ ਘੱਟ ਤੋਂ ਘੱਟ 3 ਹਫ਼ਤੇ ਦਾ ਸਮਾਂ ਦਿਓ ਤਾਂ ਕਿ ਹਸਪਤਾਲ ਵਾਲੇ ਜਿਨ੍ਹਾਂ ਤੋਂ ਤੁਸੀਂ ਮੈਡੀਕਲ ਕਰਵਾਇਆ ਹੈ ਉਹ ਤੁਹਾਡੀ ਇਨਫੋਰਮੇਸ਼ਨ ਅੱਗੇ IRCC ਨੂੰ ਭੇਜ ਕੇ ਅਪਡੇਟ ਕਰਵਾ ਸਕਣ, ਲਾਈਵ ਕਰਵਾ ਸਕਣ, ਕਿਉਂਕਿ ਜੇ ਉਹ ਅਪਡੇਟ ਨਹੀਂ ਹੋਊਗੀ ਤਾਂ ਤੁਹਾਡੇ ਅਕਾਊਂਟ ਵਿੱਚ ਤੁਹਾਡਾ ਮੈਡੀਕਲ ਐਕਸਪਾਇਰਡ ਹੀ ਦਿਖਾਊਗਾ। ਸੋ ਘੱਟ ਤੋਂ ਘੱਟ 3 ਹਫ਼ਤੇ ਦਾ ਵਕਵਾ ਜ਼ਰੂਰ ਪਾਓ between when you get the medical done and when you are planning to fly। ਇਹ 2 ਚੀਜ਼ਾਂ ਦਾ ਟਰੈਵਲ ਕਰਨ ਤੋਂ ਪਹਿਲੇ ਜ਼ਰੂਰ ਧਿਆਨ ਦਿਓ। ਬਾਕੀ ਤੁਹਾਡੇ ਕੋਲ ਕਾਲਜ ਦੇ ਲੈਟਰ ਆਫ ਐਕਸੈਪਟੈਂਸ, ਕਾਲਜ ਦੀ ਫੀਸ ਦੀ ਰਸੀਦ, ਕਿੱਥੇ ਜਾਣਾ ਹੈ, ਉਹਨਾਂ ਦਾ ਕੁਆਰੰਟਾਈਨ ਪਲਾਨ, ਇਹ ਤਾਂ ਆਪਾਂ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਹਾਂ। ਬਟ ਮੈਡੀਕਲ ਦੇ ਜਿਹੜੇ ਆ 2 ਮੁੱਖ ਇਸ਼ੂ ਹੈ ਜਿਸ ਕਰਕੇ ਬੱਚੇ ਫਸ ਰਹੇ ਹੈ, ਆਪਣੇ ਪੈਸੇ ਦਾ ਨੁਕਸਾਨ ਕਰਾ ਰਹੇ ਹੈ, ਸਿਰਦਰਦੀ ਵਾਧੂ ਦੀ ਮੋਲ ਰਹੇ ਹੈ, ਉਹ ਇਸ ਚੀਜ਼ ਦਾ ਜ਼ਰੂਰ ਧਿਆਨ ਦਿਓ। ਬਾਕੀ ਵੀਜ਼ਾ ਆ ਰਿਹਾ, ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ ਹੈ। ਹਾਂ, ਰਿਫਿਊਜ਼ਲ ਵਧੀ ਹੋਈ ਹੈ ਔਰ ਰਿਫਿਊਜ਼ਲ ਦੇ ਪਿੱਛੇ ਵੀ ਮੁੱਖ ਕਾਰਨ ਸਟੱਡੀ ਪਲਾਨ ਨਜ਼ਰ ਆਉਂਦਾ ਪਿਆ। ਸਟੱਡੀ ਪਲਾਨ ਤੋਂ ਮੇਰਾ ਭਾਵ ਹੈ ਕਿ ਬੱਚੇ ਨੇ ਜਿਹੜੀ ਇੱਥੇ ਦੀ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਉਹਦੀ ਕੋਰਸਪੋਂਡਿੰਗ ਉੱਥੇ ਮੇਲ ਖਾਂਦੀ ਪੜ੍ਹਾਈ ਨਹੀਂ ਕੀਤੀ। ਫੋਰ ਐਗਜ਼ਾਮਪਲ ਇੱਥੇ ਕੀਤੀ 12ਵੀਂ ਮੈਥਸ ਨਾਲ, ਫਿਜ਼ਿਕਸ, ਕੈਮਿਸਟਰੀ, ਮੈਥਸ ਤੇ ਕੋਰਸ ਲੈ ਰਹੇ ਹੋ ਹਸਪਿਟੈਲਿਟੀ ਦਾ। ਸੋ ਐਮਬੈਸੀ ਇਸ ਚੀਜ਼ ਤੇ ਕੁਐਸਚਨ ਕਰ ਰਹੀ ਹੈ ਔਰ ਚੈਲੰਜ ਕਰ ਰਹੀ ਹੈ ਕਿ ਮੈਥਸ ਕਰਨ ਤੋਂ ਬਾਅਦ ਤੁਸੀਂ ਹਸਪਿਟੈਲਿਟੀ ਹੀ ਜੇ ਕਰਨਾ ਸੀ ਤੇ ਫਿਰ ਤੁਸੀਂ 12ਵੀਂ ਵਿੱਚ ਆਰਟਸ ਕਿਉਂ ਨਹੀਂ ਰੱਖਿਆ ਜਾਂ ਹੋਮ ਸਾਇੰਸ ਕਿਉਂ ਨਹੀਂ ਰੱਖਿਆ। ਸੋ ਇੱਕ ਜਿਹੜਾ ਮੈਚ ਹੋਣਾ ਜ਼ਰੂਰੀ ਹੈ ਜਿਹੜੀ ਪੜ੍ਹਾਈ ਕਰ ਚੁੱਕੇ ਹਾਂ ਔਰ ਜਿਹੜੀ ਪੜ੍ਹਾਈ ਲੈ ਰਹੇ ਹਾਂ, ਕਿਉਂਕਿ ਅਲਟੀਮੇਟਲੀ ਆਪਾਂ ਉੱਥੇ ਪੜ੍ਹਨ ਜਾ ਰਹੇ ਹਾਂ, ਆਪਾਂ ਸਿਸਟਮ ਨੂੰ ਐਕਸਪਲੋਇਟ ਨਹੀਂ ਕਰਨ ਜਾ ਰਹੇ। ਸਾਡਾ ਮਕਸਦ ਉੱਥੇ ਪਹੁੰਚ ਕੇ ਸਿਰਫ ਕੰਮ ਕਰਨਾ ਜਾਂ ਪੱਕੇ ਕਰਨਾ ਨਹੀਂ ਹੋਣਾ ਚਾਹੀਦਾ। ਪਰ ਮੈਨੂੰ ਇਹੀ ਲੱਗਦਾ ਕਿ ਸਾਡੇ ਵਾਲੇ ਨਾ ਪੰਜਾਬੀ ਟੈਨਸ਼ਨ ਨਹੀਂ ਲੈਂਦੇ ਹੈ ਕਿ ਉਹਨਾਂ ਨੂੰ ਲੱਗਦਾ ਵੀ ਪਹੁੰਚਣਾ ਆ, ਜਿਵੇਂ ਮਰਜ਼ੀ ਪਹੁੰਚ ਜਾਈਏ, ਇਹ ਆਪ ਹੀ ਦੇਖੀ ਜਾਣਗੇ ਕਿਹੜਾ ਕੋਰਸ ਲੈਣਾ ਆ। ਇਹ ਦੇਖੋ ਹੁਣ ਸਮਾਂ ਚੇਂਜ ਹੋ ਰਿਹਾ, ਦੇਖੋ ਹੁਣ ਉਹ ਗੱਲਾਂ ਨਹੀਂ ਹੈਗੀਆਂ ਅੱਜ ਤੋਂ 10 ਸਾਲ ਪੁਰਾਣੀਆਂ, 5 ਸਾਲ ਪੁਰਾਣੀਆਂ ਕਿ ਕੋਈ ਗੱਲ ਨਹੀਂ ਬਾਈ ਚੱਲੀ ਜਾਊਗਾ, ਇੱਕ ਵਾਰੀ ਪਹੁੰਚ ਜਾਈਏ ਤੇ ਸਾਰਾ ਚੱਲ ਜੂ। ਉਹ ਹੁਣ ਗੱਲਾਂ ਨਹੀਂ ਹੈ। ਹੁਣ ਜੇ ਉੱਥੇ ਪਹੁੰਚਣਾ ਹੈ ਤੇ ਉੱਥੇ ਚੱਜ ਨਾਲ ਪਹੁੰਚਣਾ ਹੈ ਤੇ ਪੜ੍ਹਾਈ ਵੀ ਚੱਜ ਨਾਲ ਕਰਨੀ ਪਊਗੀ, ਉੱਥੋਂ ਦੀ ਇਕਨੋਮੀ 'ਚ ਕੰਟਰੀਬਿਊਟ ਵੀ ਕਰਨਾ ਪਊਗਾ, ਨਹੀਂ ਤਾਂ ਧੱਕੇ ਬਹੁਤ ਖਾਣ ਨੂੰ ਪੈਣੇ ਆ। ਕਿੱਦਾਂ ਦੇ ਪੈਣੇ ਆ, ਪੜ੍ਹਾਈ ਤੋਂ ਬਾਅਦ ਨੌਕਰੀ ਨਹੀਂ ਮਿਲਣੀ, ਉਸ ਤੋਂ ਬਾਅਦ ਫਿਰ ਕਿਸੇ ਲਾਇਰ ਦੇ ਹੱਥ, ਕੰਸਲਟੈਂਟ ਦੇ ਹੱਥ ਫਸ ਕੇ $50-75,000 LMIA ਦਾ ਖਰਚ ਕਰਨ ਦੀ ਬਜਾਏ ਉਹੀ ਸ਼ੁਰੂ ਵਿੱਚ ਥੋੜਾ ਜਿਹਾ ਜ਼ੋਰ ਲਾ ਲਓ, ਸੀਰੀਅਸਲੀ ਪੜ੍ਹਾਈ ਕਰ ਲਓ। ਉੱਥੇ ਪਹੁੰਚ ਕੇ there is a world of opportunities in Canada, all these western countries। ਇਹਨਾਂ ਨੂੰ ਬੱਚਿਆਂ ਦੀ ਲੋੜ ਹੈ, ਇਹਨਾਂ ਨੂੰ ਲੋਕਾਂ ਦੀ ਲੋੜ ਹੈ ਆਪਣੀ ਕੰਟਰੀਜ਼ ਨੂੰ ਸਸਟੇਨ ਕਰਨ ਲਈ, ਗਰੋ ਕਰਨ ਲਈ। ਇੱਕ ਵਾਰੀ ਕੈਨੇਡਾ ਦੇ 에ਅਰਪੋਰਟ ਤੇ ਸੀ ਨਵਜੋਤ, ਤੇ ਉੱਥੇ ਇੱਕ ਕਿਤਾਬ ਸੀ ਕਿ ਕੈਨੇਡਾ 10 ਮਿਲੀਅਨ ਦੀ ਪੋਪੂਲੇਸ਼ਨ ਤੇ ਕਿੱਦਾਂ ਪਹੁੰਚੂਗਾ। ਮਤਲਬ ਉਹਨਾਂ ਲਈ ਮਤਲਬ 10 ਕਰੋੜ ਦੀ ਪੋਪੂਲੇਸ਼ਨ ਤੇ 10 ਕਰੋੜ ਦੀ 3.5 ਕਰੋੜ ਦੀ ਪੋਪੂਲੇਸ਼ਨ ਹੈ ਤੇ 10 ਕਰੋੜ ਦੀ ਪੋਪੂਲੇਸ਼ਨ ਤੇ ਪਹੁੰਚਣ ਲਈ ਕਿਤਾਬਾਂ ਲਿਖ ਰਹੇ ਸੋ ਇਦਾਂ ਦੇ ਸਟਰਗਲਸ ਹੈ। ਬਟ ਅਗੇਨ ਇਦਾਂ ਆਪਾਂ ਸੋਚਦੇ ਇੱਕ ਵਾਰੀ ਖੋਲਣ ਤਾਂ ਅਸੀਂ ਬਾਰਡਰ ਆਪਾਂ ਸਾਰੇ ਭਰਦੇ ਨੇ, ਟਾਰਗੇਟ ਇਹਨਾਂ ਦੇ ਪੂਰੇ ਕਰਦੇ ਨੇ, ਬਟ
ਉਹਨਾਂ ਨੂੰ ਚੱਜ ਦੇ ਲੋਕ ਚਾਹੀਦੇ ਜਿਹੜਾ ਉੱਥੇ ਜਾ ਕੇ ਚੱਜ ਨਾਲ ਕੰਟਰੀਬਿਊਟ ਕਰਨ, ਇਸ ਲਈ ਉਹੀ ਮੈਂ ਪੁੱਛ ਰਹੀ ਸੀ ਵੀ ਹੁਣ ਜੇ ਆਪਾਂ ਸਟਰੀਮਸ ਦੀ ਗੱਲ ਕਰੀਏ ਵੀ ਆਰਟਸ ਵਾਲਿਆਂ ਦੇ ਲਈ ਫਿਰ ਕਿਹੜੇ ਕੋਰਸਿਸ ਹੋ ਸਕਦੇ ਨੇ, ਨਾਨ ਮੈਡੀਕਲ, ਮੈਡੀਕਲ, ਕਮਰਸ ਵਾਲਿਆਂ ਲਈ ਕਿਹੜੇ ਕੋਰਸਿਸ ਹੋ ਸਕਦੇ ਨੇ, ਜੇ ਬਰੀਫ 'ਚ ਤੁਸੀਂ ਜਾਣਕਾਰੀ ਦੇ ਸਕੋ। ਇਹ ਤਾਂ ਬਹੁਤ ਲੰਬਾ ਡਿਸਕਸ਼ਨ ਹੈ, ਪਰ ਇਹਦਾ ਇੱਕ ਛੋਟਾ ਸ਼ਾਰਟਕਟ ਕੀ ਹੈ, ਪਿਰਾਮਿਡ ਨੇ ਇੱਕ ਆਨਲਾਈਨ ਪਲੇਟਫਾਰਮ ਟੈਕਨੋਲੋਜੀ ਦਾ ਫਾਇਦਾ ਲਿਆ ਔਰ ਇੱਕ ਆਨਲਾਈਨ ਪਲੇਟਫਾਰਮ ਬਣਾਤਾ ਜਿਹਦਾ ਨਾਮ ਹੈ pyramidEservices.com ਜਾਂ pyramidvisa.com। ਤੁਸੀਂ ਅਗਰ ਇਸ ਪਲੇਟਫਾਰਮ ਤੇ ਜਾਓਗੇ, ਉੱਥੇ ਜਾ ਕੇ ਤੁਸੀਂ ਕਾਲਜ ਔਰ ਪ੍ਰੋਗਰਾਮ ਸਰਚ ਕਰ ਸਕਦੇ ਹੋ, ਆਪਣੀ ਪ੍ਰੋਫਾਈਲ ਕ੍ਰੀਏਟ ਕਰ ਸਕਦੇ ਹੋ ਕਿ ਮੇਰੇ 10ਵੀਂ 'ਚ ਇੰਨੇ ਨੰਬਰ ਹੈ, ਮੇਰੇ 12ਵੀਂ 'ਚ ਇੰਨੇ ਨੰਬਰ ਹੈ, ਫਿਜ਼ਿਕਸ, ਕੈਮਿਸਟਰੀ, ਮੈਥਸ ਪੜ੍ਹਿਆ ਜਾਂ ਕਮਰਸ ਪੜ੍ਹਿਆ ਜਾਂ ਆਰਟਸ ਪੜ੍ਹਿਆ, ਤੇ ਤੁਹਾਨੂੰ ਪਲੇਟਫਾਰਮ ਦੱਸੂਗਾ, ਤੁਹਾਨੂੰ ਮਸ਼ੀਨ ਦੱਸੂਗੀ, ਕੰਪਿਊਟਰ ਦੱਸੂਗਾ ਕਿ ਤੁਹਾਡੀ ਪੜ੍ਹਾਈ ਜਿਹੜੀ ਤੁਸੀਂ ਕੀਤੀ ਹੈ ਉਹਦੇ ਨਾਲ ਮੇਲ ਖਾਂਦੀ ਪੜ੍ਹਾਈ ਕਿਹੜੀ ਤੁਸੀਂ ਲੈ ਸਕਦੇ ਹੋ। ਸੋ pyramidvisa.com ਤੇ ਜਾਓ, ਪਰ ਜਨਰਲ ਸਟਰੀਮਸ ਆਰਟਸ ਤੋਂ ਬਾਅਦ ਸਿਰਫ ਹਸਪਿਟੈਲਿਟੀ ਵੱਲ ਨਾ ਦੇਖੋ, ਐਨੀਮੇਸ਼ਨ, ਮਲਟੀਮੀਡੀਆ ਇੰਨੀ ਜ਼ਿਆਦਾ ਅਪਕਮਿੰਗ ਫੀਲਡ ਹੈ, ਆਰਟਸ ਦੇ ਰਿਲੇਟਡ ਫਾਈਨ ਆਰਟਸ, ਫੋਟੋਗ੍ਰਾਫੀ ਇੰਨੀ ਜ਼ਿਆਦਾ ਅੱਛੀ ਫੀਲਡਸ ਹੈ। ਨਾਨ ਮੈਡੀਕਲ 'ਚ ਆਪਾਂ ਕੀ ਕਰਦੇ ਹਾਂ ਜੀ, ਕੰਪਿਊਟਰ ਇੰਜੀਨੀਅਰਿੰਗ ਸਾਰੇ ਲੈ ਲੈਂਦੇ ਆ। ਅੱਛਾ, ਕਿੰਨੇ ਕੁ ਕੰਪਿਊਟਰ ਇੰਜੀਨੀਅਰ ਕੈਨੇਡਾ ਦੇ ਵਿੱਚ ਐਡਜਸਟ ਹੋ ਜਾਣਗੇ? ਅਲਟੀਮੇਟਲੀ ਸਪਰੈਡ ਕਰੋ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਸਿਵਲ, ਇੱਦਾਂ ਦੀ ਇੰਜੀਨੀਅਰਿੰਗ ਦੇ ਨਾਲ ਅੱਜ ਕੱਲ੍ਹ ਕੰਪਿਊਟਰ ਦੇ ਵੀ ਜਿਹੜੀਆਂ ਸ਼ੂਟ ਆਊਟਸ ਹੈਗੀਆਂ ਕੰਪਿਊਟਰ ਦੇ ਨਾਲ ਦੀਆਂ ਵੀ, ਜਿਵੇਂ ਕਿ ਮਸ਼ੀਨ ਲਰਨਿੰਗ ਤੁਸੀਂ ਕਰ ਸਕਦੇ ਹੋ, ਆਟੋਮੇਸ਼ਨ ਐਂਡ ਰੋਬੋਟਿਕਸ ਤੁਸੀਂ ਕਰ ਸਕਦੇ ਹੋ, ਵੈਬ ਐਪਲੀਕੇਸ਼ਨ ਡਿਵੈਲਪਮੈਂਟ ਕਰ ਸਕਦੇ ਹੋ, ਜਿਹਦਾ ਕੰਪਿਊਟਰ ਦੀ ਫੀਲਡ ਵਿੱਚ ਵੀ ਆਉਣ ਵਾਲਾ ਸਮਾਂ ਸਾਰਾ ਇਹਨਾਂ ਫੀਲਡਸ ਦਾ ਹੈ। ਸੋ ਇੱਦਾਂ ਦੇ ਕਾਫੀ ਵਾਈਡ ਵੈਰਾਈਟੀ ਆਫ ਸਟਰੀਮਸ ਹੈ ਜੋ ਤੁਸੀਂ ਚੂਜ਼ ਕਰਕੇ ਇੱਕ ਉਜਵਲ ਭਵਿੱਖ ਵੱਲ ਕਦਮ ਰੱਖ ਸਕਦੇ ਹੋ, ਔਰ ਉਹਦੀ ਗਾਰੰਟੀ ਕੀ ਹੈ ਕਿ ਨੌਕਰੀ ਮਿਲੂਗੀ। ਇੱਦਾਂ ਦੇ ਕੋਰਸ ਕਰੂੰਗੇ ਜਿਨ੍ਹਾਂ ਦੀ ਡਿਮਾਂਡ ਹੈ। ਦੇਖੋ, ਉਹੀ ਚੀਜ਼ਾਂ ਕਰਦੇ ਰਵਾਂਗੇ ਤਾਂ ਉੱਦਾਂ ਦੇ ਰਿਜ਼ਲਟ ਮਿਲਦੇ ਰਹਿਣਗੇ। ਜੇ ਰਿਜ਼ਲਟ ਵੱਖਰੇ ਚਾਹੀਦੇ ਹੈ, ਜੇ ਨੌਕਰੀ ਵੱਖਰੀ ਚਾਹੀਦੀ ਹੈ, ਹੁਣ ਉਹ ਗੱਲਾਂ ਤਾਂ ਹੈ ਨਹੀਂ ਕਿ ਕੈਨੇਡਾ ਅਮਰੀਕਾ 'ਚ ਪੇੜਾਂ ਦੇ ਡਾਲਰ ਲੱਗੇ ਜਾ ਕੇ ਬਸ ਤੋੜੀ ਜਾਓ ਤੇ ਆਪਣਾ ਕੰਮ ਬਣ ਜੂ। ਹੁਣ ਉਹ ਗੱਲਾਂ ਨਹੀਂ ਹੈ। ਹੁਣ ਇੱਕ ਸਕਿੱਲ ਅਗਰ ਆਪਣੀ ਇਨਹੈਂਸ ਕਰੋਗੇ, ਚੰਗੀ ਤਾਲੀਮ ਹਾਸਲ ਕਰੋਗੇ, ਤਾਂ ਹੀ ਅੱਗੇ ਚੰਗੀ ਨੌਕਰੀ ਮਿਲੂਗੀ ਔਰ ਅੱਛਾ ਭਵਿੱਖ ਮਿਲੂਗਾ, ਨਹੀਂ ਤਾਂ ਉਹੀ ਪੈਟੀ ਜੌਬ $15-18 ਵਾਲੀ ਘੰਟੇ ਦੀ ਕਰਦੇ ਰਹਿ ਜਾਓਗੇ। ਜੀ, ਤੇ ਜੇਕਰ ਮੰਨ ਲਓ ਵੀ ਮੈਂ ਜਾਣਾ ਹੈ ਤੇ ਮੈਂ ਕੋਈ ਕੋਰਸ ਇੱਥੋਂ ਸਿਲੈਕਟ ਕਰ ਲਿਆ, ਉੱਥੇ ਜਾ ਕੇ ਮੈਨੂੰ ਲੱਗਦਾ ਵੀ ਇਹ ਮੇਰੇ ਤੋਂ ਨਹੀਂ ਹੋਣਾ, ਫਿਰ ਉੱਥੇ ਐਵੇਂ ਦੀ ਆਪਸ਼ਨਸ ਹੈਗੀਆਂ ਨੇ ਜਾਂ ਵੀ ਆਪਾਂ ਉੱਥੇ ਜਾ ਕੇ ਚੇਂਜ ਕਰ ਸਕਦੇ ਹਾਂ? ਕਿਉਂਕਿ ਬੱਚਿਆਂ ਦੇ ਲਈ ਨਾ ਉਹ ਹਊਆ ਬਣ ਜਾਂਦਾ ਵੀ ਯਾਰ ਹੁਣ ਤਾਂ ਪੰਗਾ ਲੈ ਲਿਆ, ਹੁਣ ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਉੱਥੇ ਸਮਝ ਨਹੀਂ ਆਉਂਦਾ ਫਿਰ ਵੀ ਪੜ੍ਹ ਕੀ ਰਹੇ ਹਾਂ ਅਸੀਂ, ਹੈ ਨਾ? ਫਿਰ ਉੱਥੇ ਜਾ ਕੇ ਚੇਂਜ ਕਰ ਸਕਦੇ ਹਾਂ? ਬਿਲਕੁਲ। ਦੇਖੋ, ਉੱਥੇ ਜਾ ਕੇ ਤੁਸੀਂ ਆਪਣੇ ਕਰੀਅਰ ਐਡਵਾਈਜ਼ਰਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਕਿ ਮੈਂ ਆਇਆ ਸੀਗਾ ਬਿਜ਼ਨਸ ਅਕਾਊਂਟਿੰਗ ਦੇ ਲਈ, ਚਾਹੇ ਮੈਂ ਕਮਰਸ ਕੀਤੀ ਸੀ, ਮੈਂ ਅਕਾਊਂਟਿੰਗ ਲਈ ਆਇਆ ਸੀ, ਬਟ ਮੈਨੂੰ ਅਕਾਊਂਟਿੰਗ ਦੇਖ ਕੇ ਹੁਣ ਸਮਝ ਆ ਰਿਹਾ ਹੈ ਕਿ ਮੇਰੇ ਬਸ ਦਾ ਨਹੀਂ ਹੈ, ਮੈਂ ਬਿਜ਼ਨਸ ਮਾਰਕੀਟਿੰਗ ਸ਼ਿਫਟ ਹੋਣਾ ਚਾਹੁੰਦਾ। ਉੱਥੇ ਬਹੁਤ ਕੋਆਪਰੇਟਿਵ ਹੈ, ਕਿਉਂਕਿ ਕਦੀ ਵੀ ਉੱਥੇ ਕੋਈ ਧੱਕਾ ਨਹੀਂ ਲਾਉਂਦਾ ਕਿ ਤੁਸੀਂ ਇਹੀ ਫੀਲਡ ਚੂਜ਼ ਕਰੋ, ਜਿਹੜਾ ਦਿਲ ਕਰਦਾ ਹੈ ਉਹੀ ਉੱਥੇ ਕਹਿਣ ਲਈ ਕਰਵਾਇਆ ਜਾਂਦਾ ਹੈ। ਸੋ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਉੱਥੋਂ ਦੇ ਐਡਵਾਈਜ਼ਰਸ ਨਾਲ ਗੱਲ ਕਰੋ, they will help you to choose your program, ਪਰ at the same time ਜੇ ਚੰਗੇ ਕੰਸਲਟੈਂਟ ਕੋਲ ਤੁਸੀਂ ਜਾ ਰਹੇ ਹੋ, ਉਹ ਤੁਹਾਡੇ ਨੰਬਰ, ਤੁਹਾਡੀ ਸੋਚ, ਤੁਹਾਡੀ ਗੱਲਬਾਤ ਨਾਲ ਹੀ ਤੁਹਾਨੂੰ ਦੱਸ ਦਊਗਾ ਕਿ ਤੁਸੀਂ ਕਿਹੜੀ ਪੜ੍ਹਾਈ ਚੂਜ਼ ਕਰੋ ਜਿਸ ਤੋਂ ਬਾਅਦ ਅੱਗੇ ਫਿਊਚਰ ਹੈ। ਔਰ ਇੱਕ ਚੀਜ਼ ਹੋਰ ਨਵਜੋਤ, ਮੈਂ ਇਹ ਜ਼ਿੰਦਗੀ 'ਚ ਮੰਨਦਾ ਕਿ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈ। ਇੰਪੋਸੀਬਲ ਵੀ ਆਈ ਐਮ ਪੋਸੀਬਲ ਹੈ। ਉਹ ਬੱਚਿਆਂ ਦੀ ਸੋਚ ਹੀ ਅੱਜ ਕੱਲ੍ਹ ਇੱਦਾਂ ਹੋ ਚੁੱਕੀ ਹੈ ਕਿ ਨਹੀਂ ਯਾਰ, ਸੌਖੀ ਜੀ ਚੀਜ਼ ਦੇ ਦਿਓ ਤੇ ਉਸ ਤੋਂ ਬਾਅਦ ਵਧੀਆ ਜਿਹਾ ਜੁਗਾੜ ਜਿਹਾ ਹੋ ਜਾਵੇ। ਇੱਕ ਹੋਰ ਕੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੌਖੀ ਜੀ ਚੀਜ਼ ਦੇ ਦਿਓ, ਬੱਚੇ ਮੈਨੂੰ ਲੱਗਦਾ ਕਿ ਇਹ ਵੀ ਜ਼ਿਆਦਾ ਸੋਚਦੇ ਆ ਵੀ ਯਾਰ ਜਾ ਕੇ ਤਾਂ ਉੱਥੇ ਕੰਮ ਹੀ ਕਰਨਾ ਹੈ, ਛੱਡ ਪਰੇ ਕੋਰਸ ਕੀ ਦੇਖਣਾ ਆ, ਕੰਮ ਕਰਨਾ, ਜਾ ਕੇ ਉੱਥੇ ਕੰਮ ਕਰਾਂਗੇ, ਕੋਰਸ ਜਿਹੜਾ ਮਰਜ਼ੀ ਰਹਿ ਲਓ, ਬਸ ਸਾਨੂੰ ਸਿਰਫ ਕੈਨੇਡਾ ਰੱਖਣ ਜੋਗਾ ਕਰ ਲਵੇ ਵੀ ਭਾਈ ਇਹ ਤੈਨੂੰ ਰੱਖਾਂਗੇ, ਤੈਨੂੰ ਕੱਢਾਂਗੇ ਨਹੀਂ ਬਾਹਰ। ਮਤਲਬ ਬੱਚੇ ਇਹੀ ਸੋਚਦੇ ਆ। ਗੱਲ ਉਹੀ ਹੈ ਨਾ, ਫਿਰ ਉਹੀ ਮੈਂ ਤੁਹਾਨੂੰ ਦੱਸਦਾ, ਫਿਰ ਬੇਸਿਕਲੀ ਪੰਪਾਂ ਤੇ ਸਟੋਰਾਂ ਤੇ ਮੌਲਾਂ ਵਿੱਚ ਉਹੀ $15-18 ਵਾਲੀ ਜੌਬ ਔਰ ਲੋਕਾਂ ਅੱਗੇ ਤਰਲੇ ਮਿੰਤਾਂ ਵਾਲਾ ਕੰਮ ਰਹਿ ਜਾਂਦਾ। ਅਲਟੀਮੇਟਲੀ ਉਹ ਜ਼ਿੰਦਗੀ 'ਚ ਪ੍ਰੋਗਰੈਸ ਉਸ ਲੈਵਲ ਤੇ ਨਹੀਂ ਕਰ ਪਾਉਂਦੇ ਜਿਹੜਾ ਇੱਕ ਪੜ੍ਹਿਆ ਲਿਖਿਆ ਬੱਚਾ। ਤੁਸੀਂ ਰੀਅਲ ਏਸਟੇਟ ਵਿੱਚ ਵੀ ਜਾਣਾ, ਜੇ ਪੜ੍ਹੇ ਲਿਖੇ ਹੋਵੋਗੇ, ਬਿਜ਼ਨਸ ਦੇ ਕੋਈ ਕੋਰਸ ਕੀਤੇ ਹੋਵੋਗੇ, ਤੇ ਰੀਅਲ ਏਸਟੇਟ ਵਿੱਚ ਵੀ ਤੁਸੀਂ ਕਾਮਯਾਬ ਇੱਕ ਆਰਡੀਨਰੀ ਔਰ ਐਵਰੇਜ ਬੱਚੇ ਨਾਲ ਹੋਵੋਗੇ। ਸੋ ਪੜ੍ਹਾਈ ਤੇ ਜ਼ੋਰ ਦਿਓ। ਮੁੱਖ ਗੱਲ ਹੈ ਕਿ ਚੰਗੀ ਪੜ੍ਹਾਈ ਕਰੋ, ਉੱਥੇ ਜਾ ਕੇ ਮਿਹਨਤ ਕਰੋ, ਉੱਥੇ ਵਰਲਡ ਆਫ ਓਪਰਚੁਨਿਟੀਜ਼ ਹੈ, ਬਹੁਤ ਸਕੋਪ ਹੈ, ਆਉਣ ਵਾਲੇ ਟਾਈਮ ਤੇ ਗਰੋਥ ਬਹੁਤ ਹੈ, ਬਟ ਸਹੀ ਤਰੀਕੇ ਨਾਲ ਜਾਓ, ਸਹੀ ਤਰੀਕੇ ਨਾਲ ਪੜ੍ਹਾਈ ਕਰੋ ਤੇ ਇੱਕ ਅੱਛਾ ਕੈਨੇਡਾ ਵਿੱਚ ਇੱਕ ਆਪਣੀ ਲਾਈਫ ਸੈਟਲ ਕਰ ਸਕਦੇ ਹੋ। ਜੀ, ਤੇ ਫਿਰ ਜੇਕਰ ਕੈਨੇਡੀਅਨ ਐਜੂਕੇਸ਼ਨ ਫੇਅਰ ਦੀ ਗੱਲ ਕਰੀਏ, ਇਹ ਕੀ ਹੈ, ਕਿੱਥੇ ਹੋਣਾ ਹੈ ਤੇ ਕੀ ਪੂਰਾ ਪ੍ਰੋਗਰਾਮ ਰਹੂਗਾ? ਆਪਾਂ ਇਹ ਸੋਚਦੇ ਹਾਂ ਕਿ ਬੱਚਿਆਂ ਨੂੰ ਨਾ ਕਈ ਵਾਰੀ ਕੁਝ, ਜਿੱਦਾਂ ਆਪਾਂ ਕਹਿੰਦੇ ਆ ਕਿ ਜਦੋਂ ਬੁਫੇ ਲੱਗਾ ਹੁੰਦਾ ਆਪਾਂ ਐਕਸਾਈਟਿਡ ਜ਼ਿਆਦਾ ਹੋ ਜਾਂਦੇ ਹਾਂ, ਹੈ ਨਾ, ਕਿਉਂਕਿ ਆਪਸ਼ਨਸ ਔਰ ਵੈਰਾਈਟੀ ਬਹੁਤ ਮਿਲ ਜਾਂਦੀ ਹੈ। ਜਦੋਂ ਆਪਾਂ ਕਿਸੇ ਕੰਸਲਟੈਂਟ ਕੋਲ ਕੁਝ ਪੁੱਛਣ ਜਾਂਦੇ ਹਾਂ, ਉਹ ਇੱਕ ਕਾਲਜ ਦੱਸਦਾ ਹੈ, ਕਿਉਂਕਿ ਉਹਦੇ ਕੋਲ ਕਾਲਜ ਲਿਮਿਟਿਡ ਹੁੰਦੇ ਆ, ਉਹ ਇੱਕ ਕਾਲਜ ਦੱਸਦਾ ਹੈ,
ਔਰ ਉੱਥੇ ਹੀ ਉਹਨੂੰ ਭੇਜਣ ਦੀ ਕੋਸ਼ਿਸ਼ ਕਰਦਾ, ਚਾਹੇ ਪ੍ਰੋਗਰਾਮ ਦੀ ਮੇਲ ਖਾਵੇ ਜਾਂ ਨਾ ਖਾਵੇ। ਇਸ ਕਰਕੇ ਸਿੱਖਿਆ ਮੇਲੇ ਇਸ ਲਈ ਕਰਵਾਏ ਜਾਂਦੇ ਹੈ ਤਾਂ ਕਿ ਬੱਚਿਆਂ ਕੋਲ ਆਪਸ਼ਨ ਹੋਣ। ਅੱਛਾ, ਮੈਂ ਟੋਰਾਂਟੋ ਵਿੱਚ ਮੇਰੇ ਸਾਹਮਣੇ 4 ਕਾਲਜ ਪਏ ਹੈ, ਇਹਨਾਂ 4ਾਂ ਦੇ ਨਾਲ ਜਾ ਕੇ ਮੈਂ ਪੁੱਛਦਾ ਕਿ ਮੈਂ ਇਹ ਪੜ੍ਹਾਈ ਕਰਨਾ ਚਾਹੁੰਦਾ, ਤੁਹਾਡੇ ਕੋਲ ਇਹ ਪੜ੍ਹਾਈ ਅਵੇਲੇਬਲ ਹੈ, ਔਰ ਇਸ ਪੜ੍ਹਾਈ ਤੋਂ ਬਾਅਦ ਜੌਬ ਮਾਰਕੀਟ ਕਿਹੋ ਜਿਹੀ ਹੈ, ਕਿੱਦਾਂ ਦੀ ਨੌਕਰੀ ਮਿਲੂਗੀ, ਕਿੱਦਾਂ ਦੀ ਸੈਲਰੀ ਮਿਲੂਗੀ। ਸੋ ਕੈਨੇਡੀਅਨ ਐਜੂਕੇਸ਼ਨ ਫੇਅਰ ਕਰਵਾਉਣ ਦੇ ਪਿੱਛੇ ਮਕਸਦ ਇਹ ਹੀ ਰਹਿੰਦਾ ਹੈ ਕਿ ਬੱਚਿਆਂ ਕੋਲ ਆਪਸ਼ਨਸ ਵੱਧ ਸਕਣ, ਹਰ ਇੱਕ ਸ਼ਹਿਰ ਵਿੱਚ ਜਿੱਥੇ ਉਹ ਚੂਜ਼ ਕਰਕੇ ਇੱਕ ਸਹੀ ਕਾਲਜ ਔਰ ਸਹੀ ਕੋਰਸ ਦੀ ਚੋਣ ਕਰ ਸਕਣ। ਸੋ ਇਹ ਐਜੂਕੇਸ਼ਨ ਫੇਅਰਸ 12 ਸਤੰਬਰ ਤੋਂ ਕਰਵਾਏ ਜਾ ਰਹੇ ਹੈ। ਲੁਧਿਆਣੇ ਤੋਂ ਇਸ ਵਾਰੀ ਆਪਾਂ ਸ਼ੁਰੂ ਕਰ ਰਹੇ ਹਾਂ। ਲੁਧਿਆਣੇ ਹੋਟਲ ਪਾਰਕ ਪਲਾਜ਼ਾ ਵਿੱਚ ਇਹ ਸੈਮੀਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। 12 ਸਤੰਬਰ ਦਿਨ ਐਤਵਾਰ। 13 ਸਤੰਬਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਲੰਧਰ ਹੋਟਲ ਰਮਾਡਾ। 14 ਸਤੰਬਰ ਨੂੰ ਮੋਗਾ, 15 ਸਤੰਬਰ ਨੂੰ ਬਠਿੰਡਾ। ਕਾਲ ਕਰ ਸਕਦੇ ਹੋ 92563 92563 92563 92563 ਟੂ ਨੋ ਮੋਰ ਅਬਾਊਟ ਸੈਮੀਨਾਰ। ਪਰ ਫਾਇਦੇ ਕੀ ਹੈ? ਪਹਿਲਾ ਫਾਇਦਾ, ਕਾਲਜਿਸ 30 ਤੋਂ ਵੱਧ ਕਾਲਜਿਸ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਨਾਲ ਸਿੱਧੇ ਰੂਬਰੂ ਹੋ ਕੇ ਗੱਲਬਾਤ ਕਰਨ ਦਾ, ਕਾਲਜ ਕੋਰਸ ਦੀ ਚੋਣ ਕਰਨ ਦਾ। ਦੂਜਾ ਫਾਇਦਾ, ਕਾਲਜਿਸ ਜਦੋਂ ਆਉਂਦੇ ਆ ਤੇ ਕੁਝ ਨਾ ਕੁਝ ਵੇਵਰ ਦਿੰਦੇ ਆ। ਸੋ ਇਸ ਸੈਮੀਨਾਰ ਤੇ ਆ ਕੇ ਤੁਸੀਂ $100 ਤੱਕ, ਲਗਭਗ $7,000 ਤੱਕ ਐਪਲੀਕੇਸ਼ਨ ਫੀਸ ਦੀ ਛੂਟ ਲੈ ਸਕਦੇ ਹੋ ਜੀ। ਬਹੁਤ ਵੱਡਾ ਫਾਇਦਾ ਹੈ। ਇਹਦੇ ਵਿੱਚ ਆ ਸਾਰੇ ਸਕਦੇ ਆ, ਕੋਈ ਵੀ ਆ ਸਕਦਾ, ਮਤਲਬ ਆਪਣੀ ਮਰਜ਼ੀ ਨਾਲ। ਐਬਸੋਲੂਟਲੀ ਸਾਰਿਆਂ ਲਈ ਖੁੱਲਾ ਸੱਦਾ ਹੈ, ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਜੇ ਤੁਸੀਂ ਕੈਨੇਡਾ ਪੜ੍ਹਨ ਤੇ ਜਾਣਾ ਚਾਹੁੰਦੇ ਹੋ, ਰਜਿਸਟ੍ਰੇਸ਼ਨ ਵੀ ਨਹੀਂ, ਕੋਈ ਰਜਿਸਟ੍ਰੇਸ਼ਨ ਫੀ ਹੈ, ਬਿਲਕੁਲ ਫ੍ਰੀ ਹੈ। ਸੋ ਉਹੀ ਮੈਂ ਕਹਿਣ ਲੱਗਾ ਸੀ ਕਿ ਕੰਪਨੀ ਦੀ ਵੀ ਕੋਈ ਨਾ ਕੋਈ ਫੀਸ ਰਹਿੰਦੀ ਹੈ। ਸੈਮੀਨਾਰ ਤੇ ਆਉਣ ਵਾਲਿਆਂ ਲਈ ਕੰਪਨੀ ਦੀ ਵੀ ਸਾਰੀ ਫੀਸ ਮਾਫ ਹੈ, ਕਾਉਂਸਲਿੰਗ ਫ੍ਰੀ ਹੈ, ਰਜਿਸਟ੍ਰੇਸ਼ਨ ਮਾਫ ਹੈ, ਸਭ ਕੁਝ ਫ੍ਰੀ ਹੈ। ਚੌਥਾ ਸਭ ਤੋਂ ਵੱਡਾ ਫਾਇਦਾ, ਕੁਝ 2-3 ਇਹੋ ਜਿਹੇ ਸਰਕਾਰੀ ਕਾਲਜ ਆ ਰਹੇ ਹੈ ਜਿਹੜੇ ਮੌਕੇ ਤੇ ਆਫਰ ਲੈਟਰ ਦੇ ਕੇ ਜਾਣਗੇ ਕੈਨੇਡਾ ਦੇ, ਜਿਹੜੇ ਮੌਕੇ ਤੇ ਤਾਂ ਤੁਸੀਂ 10ਵੀਂ ਦਾ, 12ਵੀਂ ਦਾ, ਗ੍ਰੈਜੂਏਸ਼ਨ ਦਾ, ਪਾਸਪੋਰਟ, ਆਈਲਸ ਲੈ ਕੇ ਆਣਾ ਹੈ। ਜੇ ਡਾਕੂਮੈਂਟ ਪੂਰੇ ਹੈ ਤੇ ਮੌਕੇ ਤੇ ਆਫਰ ਲੈਟਰ ਲੈ ਕੇ ਜਾਓ, ਜਿਹਨੂੰ ਕਈ ਵਾਰੀ 2-2 ਮਹੀਨੇ, 3-3 ਮਹੀਨੇ ਲੱਗ ਜਾਂਦੇ ਆ। ਸੋ ਉਹ ਜਿਹੜਾ 2-3 ਮਹੀਨੇ ਦਾ ਵੇਟ ਹੈ, ਕਿਉਂਕਿ ਇਸ ਵੇਲੇ ਬੈਕਲੌਗ ਨਵਜੋਤ ਇੰਨਾ ਜ਼ਿਆਦਾ ਚੱਲ ਰਿਹਾ ਹੈ। ਐਮਬੈਸੀ ਨੇ ਸਤੰਬਰ ਇਨਟੇਕ ਸ਼ੁਰੂ ਹੋ ਗਿਆ, ਹਜੇ ਤੱਕ 50% ਫਾਈਲਾਂ ਹੀ ਪ੍ਰੋਸੈਸ ਕੀਤੀਆਂ। ਸਤੰਬਰ ਇਨਟੇਕ ਖਤਮ ਹੋ ਗਿਆ ਹੈ, ਬਟ ਹਜੇ ਵੀ 50% ਰਿਜ਼ਲਟ ਹੀ ਨਹੀਂ ਆਏ। ਔਰ ਅਗਰ ਤੁਸੀਂ 2-2 ਮਹੀਨੇ ਆਫਰ ਦੀ ਵੇਟ ਹੀ ਕਰਦੇ ਰਹਿ ਗਏ ਤੇ ਜਨਵਰੀ ਸੈਸ਼ਨ ਵਾਸਤੇ ਕਿੱਦਾਂ ਜਾਓਗੇ? ਬਹੁਤ ਸੋਚਣ ਦੀ ਲੋੜ ਹੈ ਗੱਲ ਨੂੰ। ਸੋ ਇਸ ਲਈ ਜਿਹੜੇ ਕਾਲਜ ਵਿੱਚ ਦਾਖਲਾ ਜਲਦੀ ਮਿਲਦਾ ਪਿਆ ਹੈ, ਦਾਖਲਾ ਪੱਤਰ ਜਲਦੀ ਮਿਲਦਾ ਪਿਆ ਹੈ, ਉਹਦੀ ਫੀਸ ਪੇ ਕਰੋ। ਸਤੰਬਰ 'ਚ ਫਾਈਲ ਲਾਓ ਜੇ ਜਨਵਰੀ ਜਾਣਾ ਚਾਹੁੰਦੇ ਹੋ। ਜੇ ਜਨਵਰੀ ਵਿੱਚ, ਨਵੰਬਰ ਵਿੱਚ ਜੇ ਜਨਵਰੀ ਇਨਟੇਕ ਦੀ ਫਾਈਲ ਲਾਉਂਗੇ ਤੇ ਖੁੰਝੇ ਜਾਓਗੇ ਸਤੰਬਰ 2022 ਤੇ। ਸੋ ਉਹਨਾਂ ਕਾਲਜਾਂ ਨੂੰ ਪ੍ਰੈਫਰ ਕਰੋ ਜਿਨ੍ਹਾਂ ਕਾਲਜਾਂ ਦੀ ਆਫਰ ਲੈਟਰ ਛੇਤੀ ਮਿਲਦੀ ਪਈ ਹੈ, ਤਾਂ ਕਿ ਸਤੰਬਰ ਹੱਦ 15 ਅਕਤੂਬਰ ਤੱਕ ਤੁਹਾਡੀ ਫਾਈਲ ਐਮਬੈਸੀ ਦੇ ਅੰਦਰ ਹੋਵੇ। ਸਿੱਖਿਆ ਮੇਲੇ ਵਿੱਚ ਤੁਹਾਨੂੰ ਕਾਫੀ ਇਹੋ ਜਿਹੇ ਕਾਲਜਸ ਔਰ ਯੂਨੀਵਰਸਿਟੀਜ਼ ਮਿਲਣਗੇ ਜਿਨ੍ਹਾਂ ਵਿੱਚ ਤੁਹਾਨੂੰ ਮੌਕੇ ਤੇ ਦਾਖਲੇ ਦਾ ਨਤੀਜਾ ਮਿਲ ਸਕਦਾ ਹੈ, ਔਰ ਕੁਝ ਕਾਲਜਾਂ 'ਚ ਮੌਕੇ ਤੇ ਦਾਖਲਾ ਪੱਤਰ ਮਿਲੇਗਾ। ਔਰ ਸਭ ਤੋਂ ਵੱਡਾ ਫਾਇਦਾ, ਕਿਉਂਕਿ ਕੋਵਿਡ ਕਰਕੇ ਹਰ ਇੱਕ ਨੂੰ ਮਾਰ ਪਈ ਹੈ, ਚਾਹੇ ਉਹ ਇੰਡਸਟਰੀਅਲਿਸਟ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਛੋਟਾ ਕਾਰੋਬਾਰੀ ਹੈ, ਚਾਹੇ ਉਹ ਵੱਡਾ ਕਾਰੋਬਾਰੀ ਹੈ। ਇਹ ਚੀਜ਼ ਮੁੱਖ ਰੱਖਦੇ ਹੋਏ ਆਪਾਂ ਕੁਝ ਅਜਿਹੇ ਕਾਲਜਸ ਨੂੰ ਵੀ ਨਿਯੋਤਾ ਦਿੱਤਾ ਹੈ ਜੋ ਕਿ $5,000 ਤੱਕ ਸਕਾਲਰਸ਼ਿਪ ਦੇ ਰਹੇ ਹੈ, ਲਗਭਗ $3 ਲੱਖ ਤੱਕ ਸਕਾਲਰਸ਼ਿਪ ਦੇ ਰਹੇ ਹੈ। ਸੋ ਫੀਸ ਹੈ 16,500, ਰਹਿ ਗਈ 11,500। ਸੋ ਲਗਭਗ $3 ਲੱਖ ਦਾ ਹਰ ਸਾਲ, ਜੇ 2 ਸਾਲ ਦਾ ਕੋਰਸ ਹੈ ਤਾਂ $6 ਲੱਖ ਦਾ ਫਾਇਦਾ ਦੇ ਰਹੇ ਹੈ। ਸੋ $5,000 ਦੀ ਸਕਾਲਰਸ਼ਿਪ 2 ਸਾਲਾਂ 'ਚ ਮਿਲ ਰਹੀ ਹੈ। ਔਰ ਇਹ ਸਰਕਾਰੀ ਕਾਲਜਸ ਹੈ ਜਿਨ੍ਹਾਂ ਵਿੱਚ ਤੁਸੀਂ ਸਕਾਲਰਸ਼ਿਪ ਲੈ ਸਕਦੇ ਹੋ, ਔਰ ਮੌਕੇ ਤੇ ਤੁਹਾਨੂੰ ਡਿਸੀਜਨ ਮਿਲੇਗਾ ਸਕਾਲਰਸ਼ਿਪ ਦਾ। ਸੋ ਐਡਵਾਂਟੇਜ ਹੈ, ਪਲੀਜ਼ ਪਾਰਟਿਸਿਪੇਟ, ਇਟਸ ਅ ਗ੍ਰੇਟ ਓਪਰਚੁਨਿਟੀ। ਬਹੁਤ ਮਿਹਨਤ ਲੱਗਦੀ ਹੈ ਨਵਜੋਤ। ਅੱਛਾ, ਇਸ ਲੈਵਲ ਦੇ ਕਾਲਜਸ ਯੂਨੀਵਰਸਿਟੀਜ਼ ਨੂੰ ਇਕੱਠੇ ਕਰਕੇ ਇੱਕ ਮੰਚ ਤੇ ਲੈ ਕੇ ਆਣਾ ਸਾਡੀ ਟੀਮਾਂ ਦੀ ਵੀ ਮਹੀਨਿਆਂ ਦੀ ਮਿਹਨਤ ਹੁੰਦੀ ਹੈ। ਸੋ ਜੇ ਆਪਾਂ ਇਹ ਮਿਹਨਤ ਕੀਤੀ ਹੈ ਤਾਂ ਤੁਹਾਡੇ ਲਈ ਕੀਤੀ ਹੈ। ਇਸ ਮਿਹਨਤ ਦਾ ਫਾਇਦਾ ਚੱਕੋ, ਆਓ ਗੱਲਬਾਤ ਕਰੋ, ਦਸਤਾਵੇਜ਼ ਲੈ ਕੇ ਆਓ, ਦਿਖਾਓ, ਅਸੈਸਮੈਂਟ ਕਰਵਾਓ। ਕੋਈ ਖਰਚਾ ਨਹੀਂ ਹੈ, ਸਿਰਫ ਆਉਣ ਦਾ ਜਿਹੜਾ ਤੁਹਾਡਾ ਲੱਗਣਾ ਹੈ ਉਹ ਲੱਗਣਾ, ਔਰ ਇਹਦਾ ਫਾਇਦਾ ਚੱਕ ਕੇ ਜ਼ਰੂਰ ਜਾਓ ਜੀ। ਤੇ ਇਹ ਤਾਂ ਅਗਲਾ ਸਵਾਲ ਮੇਰਾ ਇਹ ਹੈ ਕਿ ਰਿਫਿਊਜ਼ਲ ਰੇਟ ਜਿਵੇਂ ਵੱਧ ਰਿਹਾ, ਉਹ ਸਾਨੂੰ ਪਤਾ ਹੈ ਕਿ ਜੇ ਫਾਈਲ 'ਚ ਤੁਹਾਡੀ ਕੋਈ ਪ੍ਰੋਬਲਮ ਹੈ ਤਾਂ ਰਿਫਿਊਜ਼ਲ ਆਉਣਾ ਹੀ ਆਉਣਾ, ਪਰ ਪਿਰਾਮਿਡ ਕੀ ਦੇ ਰਿਹਾ? ਜਿਨ੍ਹਾਂ ਦੀ ਰਿਫਿਊਜ਼ਲ 1, 2 ਜਾਂ 3 ਵਾਰ ਵੀ ਆ ਗਿਆ, ਉਹਨਾਂ ਲਈ ਵੀ ਕੋਈ ਚਾਂਸ ਹੈਗਾ? ਦੇਖੋ, ਜੇ ਰਿਫਿਊਜ਼ਲ ਤੁਹਾਡਾ ਲੱਗ ਚੁੱਕਾ, ਜ਼ਰੂਰੀ ਹੈ ਕਿ ਇੱਕ ਤਾਂ GCMS ਨੋਟਸ ਕਢਵਾਓ, ਕੇਪ ਨੋਟਸ ਕਢਵਾਓ, ਕਿਉਂਕਿ ਉਹ ਤੋਂ ਜਿਹੜਾ, ਕਿਉਂਕਿ ਰਿਫਿਊਜ਼ਲ ਦੇ ਵਿੱਚ ਨਾ ਸਟੈਂਡਰਡ ਜੇ ਟੈਂਪਲੇਟ ਹੈ, ਤੁਸੀਂ ਵਾਪਸ ਨਹੀਂ ਆਉਣਾ, ਤੁਹਾਡੀ ਤੁਹਾਡਾ ਜਿਹੜਾ ਫੀਸ ਹੈ ਜਾਂ ਤੁਹਾਡਾ ਰਹਿਣ ਸਹਿਣ ਦਾ ਖਰਚਾ ਹੈ, ਸਾਨੂੰ ਨਹੀਂ ਲੱਗਦਾ ਕਿ ਤੁਸੀਂ ਸਪੋਰਟ ਕਰ ਪਾਓਗੇ, ਜਾਂ ਤੁਹਾਡੀ ਤਾਂ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਨਹੀਂ ਹੈ। ਇੱਕ 3-4 ਜੇ ਟੈਂਪਲੇਟ ਹੈ ਜਿਹਦੇ ਉੱਪਰ ਰਿਫਿਊਜ਼ਲ ਦੇ ਉੱਪਰ ਲੱਗ ਜਾਂਦੇ ਹੈ। ਪਰ ਜਦੋਂ ਤੱਕ ਤੁਸੀਂ ਕੇਪ ਨੋਟਸ ਨਹੀਂ ਕਢਵਾਉਂਦੇ, GCMS ਨੋਟਸ ਨਹੀਂ ਕਢਵਾਉਂਦੇ, ਤੁਹਾਨੂੰ ਕਦੀ ਪਤਾ ਹੀ ਨਹੀਂ ਲੱਗ ਸਕਦਾ ਕਿ ਮੁੱਖ ਕਾਰਨ ਕੀ ਹੈ। ਜ਼ਿਆਦਾਤਰ ਕਾਰਨ ਜਿਹੜੇ ਇਸ ਵੇਲੇ ਸਾਹਮਣੇ ਆ ਰਹੇ ਉਹ 2 ਹੈ। ਪਹਿਲਾ ਹੈ ਸਟੱਡੀ ਪਲਾਨ,
ਦੂਜਾ ਹੈ ਤੁਹਾਡੇ ਫਾਈਨੈਂਸ਼ੀਅਲਸ। ਹਾਂ, ਸੋ ਸਟੱਡੀ ਪਲਾਨ ਤੋਂ ਭਾਵ ਇਹ ਹੈ ਕਿ ਤੁਸੀਂ ਜੋ ਪੜ੍ਹਿਆ ਸੀ ਉਹਦੇ ਨਾਲ ਮੇਲ ਖਾਂਦੀ ਪੜ੍ਹਾਈ ਚੂਜ਼ ਕੀਤੀ ਕਿ ਨਹੀਂ ਕੀਤੀ। ਜੇ ਨਹੀਂ ਕੀਤੀ ਹੈ ਤੇ ਜਸਟੀਫਾਈ ਕਰੋ ਥਰੂ ਸਟੇਟਮੈਂਟ ਆਫ ਪਰਪਸ। ਅੱਜ ਤੋਂ 2 ਸਾਲ 5 ਸਾਲ 10 ਸਾਲ ਪਹਿਲੇ ਝਾਤ ਮਾਰੀਏ ਤੇ ਐਮਬੈਸੀ ਕਹਿੰਦੀ ਸੀ ਕਿ ਐਸਡੀਐਸ ਦੇ ਅੰਦਰ ਐਸਓਪੀ ਨਾ ਲਾਓ। ਅੱਜ ਕਹਿੰਦੀ ਹੈ ਕਿ ਚਾਹੇ ਐਸਡੀਐਸ ਹੈ ਚਾਹੇ ਨਾਨ ਐਸਡੀਐਸ ਹੈ, ਸਾਨੂੰ 4 ਪੇਜਾਂ ਦੀ ਐਸਓਪੀ ਨਹੀਂ ਚਾਹੀਦੀ, ਸਾਨੂੰ ਸਿਰਫ 3 ਚੀਜ਼ਾਂ ਕਲੀਅਰ ਕਰ ਦਿਓ। ਬਸ ਵੈਲਿਡ ਰੀਜ਼ਨ ਦਿਓ। ਸਾਨੂੰ ਪਹਿਲੀ ਚੀਜ਼ ਦੱਸੋ ਐਸਓਪੀ ਦੇ ਥਰੂ ਕਿ ਤੁਸੀਂ ਇਹ ਕੋਰਸ ਕਿਉਂ ਚੂਜ਼ ਕੀਤਾ, ਤੁਸੀਂ ਇਹ ਕਾਲਜ ਕਿਉਂ ਚੂਜ਼ ਕੀਤਾ, ਔਰ ਰਹਿਣ ਸਹਿਣ ਲਈ ਤੁਹਾਡੇ ਕੋਲ ਕਿੱਦਾਂ ਦਾ ਖਰਚਾ ਹੈ ਔਰ ਤੁਹਾਡੀ ਵਿਜ਼ਨ ਕੀ ਹੈ। ਉਹ ਇਹ ਨਹੀਂ ਸੁਣਨਾ ਚਾਹੁੰਦੀ ਕਿ ਆਪਾਂ ਵਾਪਸ ਆਵਾਂਗੇ, ਉਹਨਾਂ ਨੂੰ ਪਤਾ ਕਿਸੇ ਪੰਜਾਬੀ ਨੇ ਵਾਪਸ ਨਹੀਂ ਆਉਣਾ, ਨਾ ਕੋਈ ਆਇਆ ਸੀ ਨਾ ਕੋਈ ਆਊਗਾ, ਉਹਨਾਂ ਨੂੰ ਸਭ ਪਤਾ ਹੈ, ਇਸ ਲਈ ਉਹ ਸੁਣਨਾ ਵੀ ਨਹੀਂ ਚਾਹੁੰਦੇ। ਆਪਾਂ ਐਵੇਂ 4-4 ਪੇਜਾਂ ਦੀ ਐਸਓਪੀਆਂ ਲਿਖਦੇ ਰਹੀਦਾ ਹੈ, ਕੋਈ ਟੈਂਪਲੇਟ ਹੈ ਜੀ ਆਪਾਂ ਵਾਪਸ ਆਵਾਂਗੇ। ਮੈਂ ਹੌਸਪਿਟੈਲਿਟੀ ਚੂਜ਼ ਕੀਤਾ ਕਿਉਂਕਿ ਮੇਰੇ ਮਾਮੇ ਦਾ ਹੋਟਲ ਸੀ, ਮੈਂ ਬਹੁਤ ਇੰਸਪਾਇਰ ਹੋ ਗਿਆ। ਉਹ ਇਹ ਕੁਝ ਨਹੀਂ ਸੁਣਨਾ ਚਾਹੁੰਦੇ। ਪਲੀਜ਼ ਆਪਣੀ ਐਸਓਪੀ ਦੇ ਵਿੱਚ ਆਪਣੇ ਏਜੰਟ ਨੂੰ ਆਪ ਵੀ ਇਨਪੁਟ ਦਿਓ, ਦੱਸੋ ਕਿ ਤੁਹਾਡਾ ਬੈਕਗਰਾਉਂਡ ਕੀ ਹੈ। ਦੇਖੋ ਅੱਜ ਦੀ ਦੁਨੀਆ ਵਿੱਚ ਕੀ ਚੱਲਦਾ ਹੈ, ਸਟੋਰੀ। ਜੇ ਅੱਜ ਆਪਾਂ ਇਹ ਇੰਟਰਵਿਊ ਸਹੀ ਕਰ ਰਹੇ ਹਾਂ, ਜੇ ਲੋਕਾਂ ਦੀ ਦਿਲ ਦੀ ਗੱਲ ਉੱਤਾਂ ਤੱਕ ਪਹੁੰਚਾ ਰਹੇ ਹਾਂ, ਤੇ ਇਹੀ ਸ਼ੋਅ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇਗਾ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਸਟੋਰੀ ਚੱਲਦੀ ਹੈ। ਹੁਣ ਤੁਹਾਡੀ ਫਾਈਲ ਵਿੱਚ 10ਵੀਂ 12ਵੀਂ ਆਇਲਟਸ ਔਰ ਪਾਸਪੋਰਟ ਤੋਂ ਇੱਕ ਪਾਸੇ ਦੀ ਸਟੋਰੀ ਤੇ ਸਮਝ ਆ ਸਕਦੀ ਹੈ ਕਿ ਤੁਸੀਂ ਲਾਇਕ ਹੋ, ਮੀਡੀਅਮ ਲਾਇਕ ਹੋ ਜਾਂ ਨਲਾਇਕ ਹੋ, ਬਟ ਦੂਜੇ ਪਾਸੇ ਦੀ ਸਟੋਰੀ ਕਿ ਤੁਹਾਡਾ ਬੈਕਗਰਾਉਂਡ ਕੀ ਸੀ, ਹਾਂ, ਔਰ ਉਸ ਬੈਕਗਰਾਉਂਡ ਦੇ ਨਾਲ ਬਾਹਰ ਪਹੁੰਚ ਕੇ ਤੁਹਾਡੀ ਲਾਈਫ ਦੇ ਵਿੱਚ ਕੀ ਚੇਂਜ ਆ ਸਕਦਾ ਹੈ, ਤੁਹਾਡੀ ਫੈਮਿਲੀ ਦੇ ਵਿੱਚ ਕੀ ਚੇਂਜ ਆ ਸਕਦਾ ਹੈ, ਇਹ ਸਟੋਰੀ ਜੇ ਤੁਸੀਂ ਉਹਨਾਂ ਤੱਕ ਪਹੁੰਚਾਓਗੇ। ਇੱਕ ਛੋਟੀ ਜੀ ਇਹਦੇ ਉੱਪਰ ਐਗਜ਼ਾਮਪਲ ਦਿੰਦਾ। ਪਿਰਾਮਿਡ ਕਾਲਜ ਫਗਵਾੜਾ ਦੇ ਵਿੱਚ ਸਥਿਤ ਹੈ। ਇੱਕ ਸਾਡੇ ਕੋਲ ਪਿਰਾਮਿਡ ਕਾਲਜ ਵੀ ਕੈਨੇਡਾ ਦੇ ਟ੍ਰਾਂਸਫਰ ਪ੍ਰੋਗਰਾਮ ਕਰਵਾਉਂਦਾ ਹੈ। ਇਸ ਵੇਲੇ ਐਡਮਿਸ਼ਨਾਂ ਵੀ ਚਲਦੀ ਪਈਆਂ, BBA BCA BCom ਵਰਗੇ ਪ੍ਰੋਗਰਾਮ, MBA ਵਰਗੇ ਪ੍ਰੋਗਰਾਮ ਹੈ। ਕਾਫੀ 2+2 ਦੇ ਅੰਡਰ ਬੱਚਿਆਂ ਨੇ ਫਾਇਦਾ ਚੱਕਿਆ। ਤੇ ਇੱਕ ਵਾਰੀ ਇੱਕ ਬੱਚਾ ਸਾਡੇ ਕੋਲ ਆਇਆ, 2017 ਦੀ ਗੱਲ ਹੈ, ਕਹਿੰਦਾ ਜੀ ਮੈਂ ਬਾਹਰ ਜਾਣਾ ਚਾਹੁੰਦਾ, ਬਟ 2018 ਦੀ ਗੱਲ ਹੈ, ਮੈਂ ਬਾਹਰ ਜਾਣਾ ਚਾਹੁੰਦਾ ਬਟ ਮੇਰੇ ਫਾਦਰ ਲੇਬਰਰ ਹੈ ਤੇ ਉਹਨਾਂ ਕੋਲ ਪੈਸੇ ਨਹੀਂ ਹੈਗੇ, ਪਰ ਸਾਡਾ ਆਪਣਾ ਘਰ ਹੈ, ਆਪਾਂ ਉੱਤੇ ਲੋਨ ਲੈ ਕੇ ਜਾਂ ਘਰ ਵੇਚ ਕੇ ਮੈਨੂੰ ਭੇਜਣ ਨੂੰ ਤਿਆਰ ਹੈ। ਤੇ ਤੁਸੀਂ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਕਾਲਜ ਵਿੱਚ ਦਾਖਲਾ ਹੁੰਦਾ ਹੈ ਜਿੱਥੇ ਸਾਲ ਦੀ ਫੀਸ ਬਹੁਤ ਘੱਟ ਹੈ, 40-50 ਹਜ਼ਾਰ ਰੁਪਈਆ ਹੈ, ਔਰ ਤੁਸੀਂ 2 ਸਾਲਾਂ ਬਾਅਦ ਸਿੱਧਾ ਤੀਸਰੇ ਸਾਲ ਵਿੱਚ ਡਿਗਰੀ ਕਰਨ ਲਈ ਬੱਚੇ ਨੂੰ ਭੇਜਦੇ ਹੋ ਤੇ ਬੱਚੇ ਦਾ 25-30 ਲੱਖ ਬਚ ਜਾਂਦਾ ਹੈ। ਮੈਂ ਇਸ ਕਰਕੇ ਤੁਹਾਡੇ ਕੋਲ ਪੜ੍ਹਨਾ ਚਾਹੁੰਦਾ ਤਾਂ ਕਿ ਤੁਸੀਂ ਆਇਲਟਸ ਵੀ ਕਰਵਾਉਂਦੇ ਹੋ ਔਰ ਪੜ੍ਹਾਈ ਦੇ ਵਿੱਚ ਪੈਸੇ ਵੀ ਸੇਵ ਹੋ ਜਾਂਦੇ ਆ, ਤੇ ਮੈਨੂੰ ਕੁਝ ਸਕਾਲਰਸ਼ਿਪ ਦਿਓ ਤਾਂ ਕਿ 2 ਸਾਲਾਂ ਵਿੱਚ ਮੈਨੂੰ ਸਪੋਰਟ ਹੋ ਸਕੇ। ਸੋ ਆਪਾਂ ਫਰਦਰ ਸਕਾਲਰਸ਼ਿਪ ਦਿੱਤੀ। ਉਹ ਬੱਚੇ ਨੇ ਲਗਭਗ 2 ਸਾਲਾਂ ਦੇ ਵਿੱਚ 50-60 ਹਜ਼ਾਰ ਰੁਪਇਆ ਖਰਚਿਆ ਔਰ IELTS ਦੀ ਤਿਆਰੀ ਵੀ ਸਾਡੇ ਤੋਂ ਕੀਤੀ। ਹੁਣ ਇਸ ਵੇਲੇ ਉਹ ਬੱਚਾ ਕੈਨੇਡਾ ਜਾਣ ਦੀ ਤਿਆਰੀ ਵਿੱਚ ਹੈ, ਲਗਭਗ 30 ਲੱਖ ਰੁਪਇਆ ਉਹਨੇ ਸੇਵ ਕੀਤਾ। ਔਰ ਇਹੀ ਚੀਜ਼ ਜਦੋਂ ਆਪਾਂ ਐਮਬੈਸੀ ਨੂੰ ਦੱਸੀ ਕਿ ਇਹ ਬੱਚਾ ਇੱਕ ਲੇਬਰ ਫੈਮਿਲੀ ਚੋਂ ਹੈ, ਜਿਨ੍ਹਾਂ ਦੇ ਪਰਿਵਾਰ ਨੇ ਕਦੀ 10 ਪੁਸ਼ਤਾਂ ਪਿੱਛੇ ਕਦੀ 10 ਪੁਸ਼ਤਾਂ ਅੱਗੇ ਸੋਚਿਆ ਵੀ ਨਹੀਂ ਸੀ ਕਿ ਉਹ ਬੱਚਾ ਬਾਹਰ ਜਾ ਸਕੇਗਾ, ਤੇ ਇਹ ਬੱਚਾ ਇੱਕ ਲੇਬਰ ਔਰ ਲਿਟਰਲੀ ਲੇਬਰਰ, ਮਤਲਬ ਡੇਲੀ ਵੇਜਸ ਤੇ ਜਾ ਕੇ ਜਿਹੜੇ ਘਰਾਂ ਦੀ ਕੰਸਟਰਕਸ਼ਨ ਦੇ ਕੰਮ ਕਰਦੇ ਆ, ਲਿਟਰਲੀ ਡੇਲੀ ਲੇਬਰਰ, ਡੇਲੀ ਵੇਜਰ। ਇਹ ਸਟੋਰੀ ਜਦੋਂ ਐਮਬੈਸੀ ਨੂੰ ਦੱਸੀ ਤਾਂ ਉਹਦਾ ਵੀਜ਼ਾ ਵੀ ਆ ਗਿਆ ਬੱਚੇ ਦਾ ਜੀ। because they also want to transform lives of students who really want to be successful। ਕਈ ਵਾਰੀ ਕੁਝ ਲਾਇਕ ਬੱਚੇ ਤਾਂ ਹੁੰਦੇ ਆ ਬਟ ਉਹਨਾਂ ਕੋਲ ਐਕਸੈਸ ਟੂ ਐਜੂਕੇਸ਼ਨ ਨਹੀਂ ਹੁੰਦਾ, ਉਹਨਾਂ ਕੋਲ ਦਰਵਾਜ਼ੇ ਨਹੀਂ ਖੁੱਲੇ ਹੁੰਦੇ, ਮਾਪੇ ਅਮੀਰ ਨਹੀਂ ਹੁੰਦੇ। ਸੋ ਅਗਰ ਇੱਦਾਂ ਦੇ ਬੱਚੇ ਹੈ ਜਿਨ੍ਹਾਂ ਦੇ ਕੋਲ ਖਿੱਚ ਤਾਂ ਹੈ ਅੱਛਾ ਕਰਨ ਦੀ ਜ਼ਿੰਦਗੀ ਵਿੱਚ, ਬਟ ਇਮੀਡੀਏਟਲੀ ਅਰੇਂਜਮੈਂਟ ਨਹੀਂ ਹੈ, ਤੇ ਪਿਰਾਮਿਡ ਕਾਲਜ ਵੀ ਬਹੁਤ ਅੱਛਾ ਵਿਕਲਪ ਹੈ। ਨਹੀਂ ਤਾਂ ਪਿਰਾਮਿਡ ਸਰਵਿਸਿਜ਼ ਰਾਹੀਂ ਵੀ ਜੇ ਤੁਸੀਂ ਸਿੱਧਾ ਜਾਣਾ ਚਾਹੁੰਦੇ ਹੋ ਤਾਂ ਬਹੁਤ ਸਾਰੇ ਇਹੋ ਜਿਹੇ ਕਾਲਜਿਸ ਯੂਨੀਵਰਸਿਟੀਜ਼ ਹੈ ਜਿਨ੍ਹਾਂ ਦੀ ਫੀਸ ਘੱਟ ਰਹਿੰਦੀ ਹੈ, ਜਿਨ੍ਹਾਂ ਵਿੱਚ ਸਕਾਲਰਸ਼ਿਪ ਵੱਧ ਮਿਲਦੀ ਹੈ। ਇਹ ਸਿੱਖਿਆ ਮੇਲੇ ਤੇ ਆਓ ਜੋ ਕਿ 12 ਸਤੰਬਰ ਤੋਂ ਕਰਵਾਏ ਜਾ ਰਹੇ। ਬਹੁਤ ਸਾਰੇ ਇੰਸਟੀਟਿਊਸ਼ਨਸ ਬਾਰੇ ਤੁਹਾਨੂੰ ਪਤਾ ਲੱਗੇਗਾ ਔਰ ਘੱਟ ਖਰਚੇ ਤੇ ਕਿੱਦਾਂ ਜਾਇਆ ਜਾਵੇ ਇਸ ਬਾਰੇ ਵੀ ਪਤਾ ਲੱਗੇਗਾ। ਜੀ, ਤੁਸੀਂ ਫੀਸ ਦੀ ਗੱਲ ਕੀਤੀ ਹੈ। ਇੱਕ ਨਾ ਫੀਸ ਨੂੰ ਲੈ ਕੇ ਬਹੁਤ ਸਾਰੀ ਐਡਵਰਟਾਈਜ਼ਮੈਂਟ ਚੱਲ ਰਹੀਆਂ ਕਿ ਪਹਿਲਾਂ ਇੰਨੇ ਕਿ ਦਿਓ, ਬਾਕੀ ਸਾਰਾ ਵੀਜ਼ੇ ਤੋਂ ਬਾਅਦ, ਜਾਂ ਫਿਰ ਕਿ ਕੈਨੇਡਾ ਪਹੁੰਚਣ ਤੋਂ ਬਾਅਦ। ਉਹ ਸੱਚ ਕੀ ਹੈ? ਸੋ ਬੇਸਿਕਲੀ ਜਿਹੜੇ ਕੰਸਲਟੈਂਟ ਮੈਂ ਕੰਸਲਟੈਂਟ ਨਹੀਂ ਕਵਾਂਗਾ, ਜਿਹੜੇ ਇਦਾਂ ਦੇ ਪ੍ਰੋਪੇਗੈਂਡਾ ਕਰਦੇ ਆ, ਉਹ ਕੰਸਲਟੈਂਟ ਤਾਂ ਨਹੀਂ ਹੈ, ਉਹ ਇਨਵੈਸਟਰ ਹੈ। ਉਹ ਇਨਵੈਸਟਰ ਹੈ ਬੇਸਿਕਲੀ, ਉਹ ਫਾਈਨੈਂਸਰ ਹੈ ਜਾਂ ਇਨਵੈਸਟਰ ਹੈ। ਕਿਉਂਕਿ ਉਹਨਾਂ ਨੇ ਤੁਹਾਡੇ ਪੈਸੇ ਲਾ ਦੇਣੇ ਹੈ ਆਪਣੇ ਵੱਲੋਂ, ਔਰ ਉਸ ਤੋਂ ਬਾਅਦ 3 ਗੁਣਾ ਤੁਹਾਡੇ ਤੋਂ ਪੈਸੇ ਲੈ ਲੈਣੇ ਹੈ, ਭੋਟ ਲੈਣੇ ਹੈ, ਜੋ ਵੀ ਵਰਡ ਤੁਸੀਂ ਦੇਣਾ ਚਾਹੋ। ਸੋ ਇਸ ਕਰਕੇ ਆਈ ਵੁੱਡ ਨਾਟ call them consultants, I will call them investors। ਸੋ ਇਹ ਬਹੁਤ ਜ਼ਰੂਰੀ ਹੈ ਕਿ ਫੀਸ ਆਫਟਰ ਵੀਜ਼ਾ ਦਾ ਸੱਚ ਜਿਹੜਾ ਹੈ ਉਹ ਐਕਸਪੋਜ਼ ਕੀਤਾ ਜਾਵੇ ਇਸ ਮਾਧਿਅਮ ਰਾਹੀਂ,
ਦੇਖੋ ਹੁੰਦਾ ਕੀ ਹੈ, ਉਹ ਕਿਸੇ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਲੈ ਦਿੰਦੇ ਆ ਹੈ, ਔਰ ਉਸ ਕਾਲਜ ਨਾਲ ਪਹਿਲੇ ਗੱਲਬਾਤ ਕਰ ਲੈਂਦੇ ਕਿ ਭਾਈ ਤੂੰ ਸਾਨੂੰ ਆਫਰ ਲੈਟਰ ਦੇ ਦੀ, LOA ਦੇ ਦੀ, ਫੀਸ ਆਪਾਂ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ। ਕਾਲਜ ਮੰਨ ਜਾਂਦਾ ਕਿਉਂਕਿ ਉਹਨਾਂ ਨੂੰ ਦਾਖਲੇ ਲਈ ਮੁਸ਼ਕਿਲ ਆ ਰਹੀ ਹੁੰਦੀ ਹੈ, ਉਹਨਾਂ ਦਾ ਕੋਈ ਟਾਈ ਅਪ ਨਹੀਂ ਹੁੰਦਾ। ਤੇ ਉਸ ਤੋਂ ਬਾਅਦ ਬੱਚਾ ਫਾਈਲ ਆਪਣੀ ਲਾ ਦਿੰਦਾ, 100 ਚੋਂ 5 ਬੱਚਿਆਂ ਦੇ ਵੀਜ਼ੇ ਲੱਗਦੇ ਆ, ਉਹਨਾਂ ਤੋਂ 5-5 10-10 ਲੱਖ ਰੁਪਏ ਕਮਾ ਲਿਆ ਜਾਂਦਾ ਹੈ, ਉਹਨਾਂ ਨੂੰ ਦਿਹਾੜੀ ਪੈ ਜਾਂਦੀ। ਬਟ ਜਿਹੜੇ 95 ਬੱਚੇ ਰਿਫਿਊਜ਼ ਹੋ ਗਏ, ਅਗਰ ਉਹ ਸਹੀ ਤਰੀਕੇ ਨਾਲ ਫੀਸ ਭਰਦੇ ਆਪਣੀ ਕਾਲਜ ਨੂੰ, ਕਿਸੇ ਸਰਕਾਰੀ ਕਾਲਜ ਜਾਂ ਪ੍ਰਾਈਵੇਟ ਪਬਲਿਕ ਕਾਲਜ ਵਿੱਚ ਜਾਂਦੇ, ਤੇ ਉਹਨਾਂ 95 ਚੋਂ ਵੀ 50 ਬੱਚਿਆਂ ਦੀ ਵੀਜ਼ੇ ਲੱਗ ਜਾਣੇ ਸੀ। ਸੋ ਫੀਸ ਆਫਟਰ ਵੀਜ਼ਾ ਦਾ ਸੱਚ ਕੀ ਹੈ ਕਿ ਤੁਹਾਡੇ ਕਾਲਜ ਕੀ ਕਹਿੰਦਾ, ਕੈਨੇਡਾ ਦਾ ਕਾਲਜ ਔਰ ਯੂਨੀਵਰਸਿਟੀਆਂ ਕੀ ਕਹਿੰਦੇ ਹੈ ਕਿ ਜੇ ਤੁਸੀਂ ਵੀਜ਼ਾ ਫਾਈਲ ਕਰਨਾ ਹੈ SDS ਦੇ ਅੰਦਰ, ਤੇ ਘੱਟ ਤੋਂ ਘੱਟ ਸਾਲ ਦੀ ਫੀਸ ਜਮ੍ਹਾਂ ਕਰਾਣੀ ਹੈ। ਸੋ ਤੁਹਾਡੇ ਖਾਤੇ ਦੇ ਵਿੱਚੋਂ ਪੈਸਾ ਜਾਣਾ ਚਾਹੀਦਾ ਹੈ ਕੈਨੇਡਾ ਦੇ ਕਾਲਜ ਔਰ ਯੂਨੀਵਰਸਿਟੀ ਵਿੱਚ। ਆਪਣੇ ਏਜੰਟ ਨੂੰ ਪੁੱਛੋ ਜਿਹੜੇ ਫੀਸ ਆਫਟਰ ਵੀਜ਼ਾ ਦੇ ਰਹੇ ਹੈ ਕਿ ਤੂੰ ਮੇਰੇ ਖਾਤੇ 'ਚ ਪੈਸਾ ਪਾਏਂਗਾ ਔਰ ਮੇਰੇ ਖਾਤੇ 'ਚੋਂ ਕੀ ਪੈਸਾ ਅੱਗੇ ਭੇਜੇਗਾ। ਜੇ ਤੂੰ ਕਰ ਰਿਹਾ ਹੈ ਇਦਾਂ, ਫਿਰ ਚਾਹੇ ਉਹਨੂੰ 5 ਲੱਖ ਰੁਪਏ ਵੀ ਵੱਧ ਦੇ ਦਿਓ ਆਫਟਰ ਵੀਜ਼ਾ। ਪਰ ਜੇ ਉਹ ਸਿਰਫ ਇੱਕ ਅਰੇਂਜਮੈਂਟ ਜਿਹਾ ਕਰ ਰਿਹਾ ਹੈ ਕਿ ਬਈ ਆਪਾਂ ਵੀ ਬਾਅਦ ਚੋਂ ਦੇ ਦੇਵਾਂਗੇ, ਤਾਂ ਫਿਰ ਤੁਸੀਂ ਪੈਸੇ ਵੱਧ ਕਾਹਤੋਂ ਦੇਣੇ। ਔਰ ਦੂਜੀ ਗੱਲ, ਵੀਜ਼ਾ ਲੱਗਣ ਦੇ ਚਾਂਸਸ ਵੀ ਘਟ ਜਾਂਦੇ ਹੈ ਇਸ ਪ੍ਰੋਸੈਸ ਰਾਹੀਂ। ਸੋ ਬੇਸਿਕਲੀ ਇਹ ਸੱਚ ਹੈ। ਮੈਂ ਇਸ ਬਿਜ਼ਨਸ ਮਾਡਲ ਦੇ, ਅਗਰ ਇਹ ਬਿਜ਼ਨਸ ਮਾਡਲ ਹੈ ਨਵਜੋਤ, ਤਾਂ ਮੈਂ ਇਹਦੇ ਅਗੇਂਸਟ ਨਹੀਂ ਹਾਂ। ਬਟ ਮੈਂ ਬੱਚਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਹਾਂ ਕਿ ਆਪਣੇ ਰਿਸਕ ਤੇ ਇਦਾਂ ਦੇ ਡਿਸੀਜਨ ਲਵੋ। ਜੇ ਪੈਸੇ ਦੀ ਤੰਗੀ ਹੈ ਤਾਂ ਲਵੋ, ਹੈ, ਤਾਂ ਕਿ ਸ਼ੋਰਿਟੀ ਹੋਵੇ ਕਿ ਯਾਰ ਚਲੋ ਯਾਰ ਵਿਆਜੀ ਫੜ ਕੇ ਪੈਸਾ ਦੇ ਦੇਵਾਂਗੇ, ਇੱਕ ਵਾਰੀ ਕੰਮ ਹੋ ਜਾਵੇ। ਨਹੀਂ ਤੇ ਜੇ ਪੈਸਾ ਅਵੇਲੇਬਲ ਹੈ ਤੇ ਕਿਉਂ 5 ਲੱਖ 10-15 ਲੱਖ ਰੁਪਈਆ ਵੱਧ ਖਰਚਣਾ, ਜਦ ਇੱਕ ਸਿੱਧਾ ਪ੍ਰੋਸੈਸ ਬਣਿਆ ਹੋਇਆ, ਐਵੇਂ ਡਿਵੀਏਟ ਕਰਕੇ ਕਿਉਂ ਜਾਣਾ। ਜ਼ਿਆਦਾ ਬੱਚੇ ਦਾ ਰਿਫਿਊਜ਼ਲ ਹੀ ਆ ਰਿਹਾ ਹੈ ਇਸ ਪ੍ਰੋਸੈਸ ਰਾਹੀਂ, ਔਰ 5-7-10% ਬੱਚਿਆਂ ਦੇ ਹੀ ਵੀਜ਼ੇ ਲੱਗਦੇ ਹੈ। ਸੋ ਨਾ ਕੀਤਾ ਜਾਵੇ ਇਹ ਕੰਮ, ਮੇਰੀ ਤੁਹਾਨੂੰ ਸਲਾਹ ਹੈ ਜੀ। ਤੇ ਹੁਣ ਗੱਲ ਕਰਦੇ ਹਾਂ ਸਪਾਊਸ ਵੀਜ਼ੇ ਦੀ। ਸਪਾਊਸ ਵੀਜ਼ੇ ਨੂੰ ਲੈ ਕੇ ਫਰਾਡ ਕੇਸਿਸ ਦਾ ਵੀ ਅੱਜ ਕੱਲ੍ਹ ਜ਼ਿਆਦਾ ਰੁਝਾਨ ਹੋ ਗਿਆ ਆ। ਕੋਈ ਚੇਂਜਿਸ ਹੋਏ ਕੈਨੇਡਾ ਦੇ ਵੱਲੋਂ, ਕੋਈ ਰੂਲਸ ਚੇਂਜ ਕੀਤੇ ਹੋਣ? ਕਿਉਂਕਿ ਟਰੂਡੋ ਤੱਕ ਗੱਲ ਪਹੁੰਚ ਗਈ ਸੀ, ਜਸਟਿਨ ਟਰੂਡੋ ਤੱਕ ਕਿ ਇਸ ਤਰੀਕੇ ਦੇ ਕੇਸ ਆ ਰਹੇ ਨੇ ਪੰਜਾਬ ਤੋਂ, ਖਾਸ ਕਰਕੇ ਪੰਜਾਬ ਤੋਂ। ਮਨੀਸ਼ਾ ਗੁਲਾਟੀ ਉਹਨਾਂ ਨੇ ਗੱਲ ਵੀ ਕਰ ਲਈ ਸੀ, ਹੈ ਨਾ। ਫਿਰ ਕੋਈ ਚੇਂਜਿਸ ਹੋਏ? ਹੁਣ ਕੀ ਪੂਰਾ ਮਤਲਬ ਸਟੇਟਸ ਚੱਲ ਰਿਹਾ ਸਪਾਊਸ ਵੀਜ਼ਾ ਨੂੰ ਲੈ ਕੇ, ਫਰਾਡ ਕੇਸਿਸ ਨੂੰ ਲੈ ਕੇ? ਦੇਖੋ, ਸਟੇਟਸ ਤਾਂ ਹਜੇ ਵੀ ਕੋਈ ਹੈ। ਸਟੇਟਸ ਤਾਂ ਜੋ ਚੱਲ ਰਿਹਾ ਸੀ ਉਹੀ ਹਜੇ ਵੀ ਹੈ। ਹਜੇ ਉਹ ਦੇਖੋ, ਬੇਸਿਕਲੀ ਜਿਹੜਾ ਇਹ ਅਰੇਂਜਮੈਂਟ ਹੈ ਨਵਜੋਤ, ਕਿ ਹਸਬੈਂਡ ਵੁੱਡ ਬੀ ਹਸਬੈਂਡ ਪੈਸੇ ਲਾਤੇ, ਕੁੜੀ ਚਲੀ ਗਈ, ਬਾਅਦ ਚੋਂ ਮੁੰਡਾ ਨਹੀਂ ਜਾ ਪਾਇਆ। ਇਹ ਦੇਖੋ, ਇਹ ਤਾਂ ਅਲਟੀਮੇਟਲੀ ਇਹ ਬੰਦ ਹੋਣਾ ਹੀ ਪਊਗਾ, ਨਹੀਂ ਤਾਂ ਸਪਾਊਸ ਵੀਜ਼ੇ ਬੰਦ ਹੋ ਜਾਣਗੇ। ਤੁਹਾਡੇ ਕੋਲ ਕੇਸ ਆਉਂਦੇ ਐਵੇਂ ਦੇ ਵੀ ਅਸੀਂ ਤੁਹਾਨੂੰ ਆ ਕੇ ਉਹ ਦੱਸ ਦਿੰਦੇ ਆ ਵੀ ਕੰਟਰੈਕਟ ਕਰ ਰਹੇ ਹਾਂ ਅਸੀਂ? ਤੇ ਬੜਾ ਕਲੀਅਰ ਇੱਕ ਐਫੀਡੇਵਿਟ ਲਈਦਾ ਬੱਚਿਆਂ ਤੋਂ ਕਿ ਤੁਸੀਂ ਸਾਨੂੰ ਲਿਖਤੀ ਦੇ ਦਿਓ ਕਿ ਤੁਹਾਡੀ ਮੈਰਿਜ ਇੱਕ ਕੰਟਰੈਕਟ ਤਾਂ ਨਹੀਂ ਹੈਗੀ। ਜੇ ਕੰਟਰੈਕਟ ਹੈ ਤਾਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਹੈ, ਕਿਸੇ ਹੋਰ ਏਜੰਟ ਕੋਲ ਚਲ ਜਾਓ। ਆਪਾਂ 2 ਪੈਸੇ ਕਮਾਉਣ ਦੇ ਪਿੱਛੇ ਜਿਹੜੀ ਸਾਡੀ ਰੋਜ਼ੀ ਰੋਟੀ ਦਾ ਸਾਧਨ ਹੈ, ਇਮੀਗ੍ਰੇਸ਼ਨ, IRCC ਐਮਬੈਸੀ, ਆਪਾਂ ਉਹਨੂੰ ਧੋਖਾ ਨਹੀਂ ਦੇਣਾ ਚਾਹੁੰਦੇ। ਆਪਾਂ ਇਸ ਇੰਡਸਟਰੀ ਵਿੱਚ ਇੱਕੋ ਮਕਸਦ ਨਾਲ ਆਏ ਹਾਂ ਕਿ ਸਹੀ ਕੰਮ ਕਰਨਾ ਹੈ, ਲੋਕਾਂ ਨੂੰ ਅਵੇਅਰ ਕਰਨਾ ਹੈ। ਜੋ ਇਹ ਧੂਲ ਮਿੱਟੀ ਜੀ ਉੜਦੀ ਪਈ ਹੈ, ਇਹਨੂੰ ਸੈਟਲ ਡਾਊਨ ਕਰਵਾਉਣਾ ਹੈ ਤਾਂ ਕਿ ਬੱਚਿਆਂ ਦੇ ਨਾਲ ਧੋਖਾ ਨਾ ਹੋਵੇ। ਦੇਖੋ, ਬੱਚੇ ਆਪਣਾ ਘਰ-ਬਾਰ ਵੇਚ ਕੇ, ਮਾਪਿਓ ਉਹਨਾਂ ਦੇ ਜ਼ਮੀਨਾਂ ਵੇਚ ਕੇ ਪੈਸੇ ਲਾਉਂਦੇ ਹੈ। ਮਤਲਬ ਉਹਨਾਂ ਦੀ ਘਰਾਂ ਦੀ ਕੰਡੀਸ਼ਨ ਦੇਖੋ, ਕਿਉਂਕਿ ਸਿਰਫ ਐਸਪੀਰੇਸ਼ਨ ਹੈ ਪੰਜਾਬੀਆਂ ਦੀ। ਪੰਜਾਬੀ ਬਾਏ ਨੇਚਰ ਅਗਰੈਸਿਵ ਹੈ, ਉਹ ਇੱਕ ਚੰਗਾ ਆਪਣਾ ਭਵਿੱਖ ਬਣਾਉਣਾ ਚਾਹੁੰਦਾ। ਹੁਣ ਅਗਰ ਆਪਾਂ ਉਹਨਾਂ ਦੀ ਇਸ ਅਗਰੈਸ਼ਨ ਦਾ ਫਾਇਦਾ ਚੱਕਾਂਗੇ, ਆਪਾਂ ਤੋਂ ਮੇਰਾ ਮਤਲਬ ਕੰਸਲਟੈਂਟ, ਤੇ ਸਾਡੇ ਵਿੱਚ ਔਰ ਬਾਕੀਆਂ ਦੇ ਵਿੱਚ ਫਰਕ ਕੀ ਰਹਿ ਗਿਆ। ਸੋ ਮੇਰੀ ਆਪਣੀ ਇੰਡਸਟਰੀ ਨੂੰ, ਆਪਣੇ ਟ੍ਰੇਡ ਨੂੰ, ਆਪਣੇ ਕੰਸਲਟੈਂਟ ਭਾਈਚਾਰਾ ਨੂੰ ਇਹੀ ਹੱਥ ਜੋੜ ਬੇਨਤੀ ਹੈ ਕਿ ਸਹੀ ਤਰੀਕੇ ਨਾਲ ਵੀ ਵਧੀਆ ਪੈਸੇ ਕਮਾਏ ਜਾ ਸਕਦੇ ਆ। ਆਪਣੇ ਬੱਚਿਆਂ ਨੂੰ ਸਹੀ ਗਾਈਡ ਕੀਤਾ ਜਾਵੇ, ਸਹੀ ਕਾਲਜ ਕੋਰਸ ਦੀ ਚੋਣ ਕੀਤੀ ਜਾਵੇ, ਚੱਜ ਨਾਲ ਪੈਸੇ ਲਏ ਜਾਣ, ਕੰਮ ਕਰਕੇ ਲਏ ਜਾਣ, ਤੇ ਬੱਚਾ ਵੀ ਖੁਸ਼ ਹੈ ਔਰ ਟ੍ਰੇਡ ਵੀ ਸੇਫ ਹੈ। ਨਹੀਂ ਤਾਂ ਇਸ ਵੇਲੇ ਇੱਦਾਂ ਦੀ, ਔਰ ਬੱਚਿਆਂ ਦੇ ਉੱਪਰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਇੱਦਾਂ ਦੀ ਜਿਹੜੀ ਪ੍ਰੈਕਟਿਸਿਸ ਹੈ ਕਿ ਕੰਟਰੈਕਟ ਮੈਰਿਜ ਕਰਾ ਲਈ, ਉੱਥੇ ਜਾ ਕੇ ਇੱਦਾਂ ਕਰ ਲਿਆ, ਉਹ ਕਰ ਲਿਆ, ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਟਾਈਮ ਤੇ ਕੈਨੇਡਾ ਪੰਜਾਬ ਤੋਂ ਮੁੱਖ ਹੀ ਮੋੜ ਲਵੇ, ਹੱਥ ਹੀ ਜੋੜ ਦੇਵੇ। ਹਾਂ, ਹੱਥ ਜੋੜ ਦੇਵੇ, ਨਾ ਜੀ ਨਾ, ਸਾਨੂੰ ਪੰਜਾਬੀ ਨਹੀਂ ਚਾਹੀਦੇ ਆ ਜਿਹੜੇ ਮਾਲ ਪ੍ਰੈਕਟਿਸਿਸ ਕਰਦੇ ਆ, ਸਾਨੂੰ ਸਪਾਊਸ ਨਹੀਂ ਚਾਹੀਦਾ, ਸਾਨੂੰ ਬੱਚੇ ਨਹੀਂ ਚਾਹੀਦੇ। ਕਿਉਂਕਿ ਤੁਸੀਂ ਇਹ ਦੇਖੋ ਕਿ ਹੁਣ ਇਸ ਵੇਲੇ ਲਗਭਗ 10 ਤੋਂ 15 ਕੰਟਰੀਆਂ ਵਿੱਚ SDS ਲਾਂਚ ਹੋ ਗਿਆ। ਬੱਚਾ ਉਹਨਾਂ ਨੂੰ ਸਾਲ ਦਾ ਉਹੀ 5-6 ਲੱਖ ਹੀ ਚਾਹੀਦਾ। ਪਹਿਲੇ ਉਹ 5-6 ਲੱਖ, ਆਪਾਂ ਗੱਲ ਕਰੀਏ ਸਾਲ 2000 ਵਿੱਚ ਇੰਡੀਆ ਤੋਂ 3000 ਬੱਚਾ ਗਿਆ ਸੀ। ਪੂਰੇ ਸਾਲ 2000 ਵਿੱਚ
3000 ਬੱਚਾ ਇੰਡੀਆ ਚੋਂ ਗਿਆ ਸੀ। ਅੱਜ ਦੀ ਡੇਟ ਵਿੱਚ 2 ਲੱਖ ਬੱਚਾ ਇੰਡੀਆ ਚੋਂ ਜਾ ਰਿਹਾ। ਇੱਕ ਸਾਲ ਚਾਈਨਾ ਵਿੱਚ ਸਾਲ 2010 ਵਿੱਚ 1.5 ਲੱਖ ਬੱਚਾ ਗਿਆ ਸੀ, ਇੰਡੀਆ ਤੋਂ 30,000 ਗਿਆ ਸੀ। ਹੁਣ ਚਾਈਨਾ 30,000 ਤੇ ਆ ਗਿਆ, ਇੰਡੀਆ 2 ਲੱਖ ਤੇ ਪਹੁੰਚ ਗਿਆ। ਜਦੋਂ ਉਹਨਾਂ ਦੇ ਉਹ ਟਾਰਗੇਟ ਮੀਟ ਹੋਣੇ ਸ਼ੁਰੂ ਹੋ ਗਏ ਤੇ ਪੰਜਾਬ ਨੂੰ, ਹਿੰਦੁਸਤਾਨ ਨੂੰ ਕੀ ਪਤਾ ਵੀਜ਼ੇ ਰਿਫਿਊਜ਼ ਕਰਨੇ ਸ਼ੁਰੂ ਕਰ ਦੇਣ, ਕੀ ਪਤਾ ਰੀਜ਼ਨ ਆਫ ਰਿਫਿਊਜ਼ਲ ਵੀ ਇਸ ਵੇਲੇ ਇਹੀ ਹੋਵੇ ਕਿ ਬਾਕੀ ਮੁਲਕਾਂ ਤੋਂ ਡਿਮਾਂਡ ਵੱਧਦੀ ਪਈ ਹੈ, ਕਿਉਂਕਿ ਪੰਜਾਬ ਵਿੱਚ ਪੜ੍ਹਾਈ ਤੇ ਘੱਟ ਜ਼ੋਰ ਹੈ, ਪੱਕੇ ਹੋਣ ਤੇ ਜ਼ਿਆਦਾ ਜ਼ੋਰ ਹੈ। ਇਸ ਲਈ ਇਹਨਾਂ ਨੂੰ ਥੋੜਾ ਜਿਹਾ ਹਜੇ ਮਨਾ ਕੀਤਾ ਜਾਵੇ। ਸੋ ਇਸ ਲਈ ਇਹ ਆਪਾਂ ਸੁਧਰਨਾ ਪੈਣਾ, ਨਹੀਂ ਤਾਂ ਆਉਣ ਵਾਲਾ ਕੋਈ ਜ਼ਿਆਦਾ ਉਜਵਲ ਨਹੀਂ ਲੱਗ ਰਿਹਾ। ਆਪਾਂ ਇਹਨੂੰ ਥੋੜਾ ਜਿਹਾ ਆਪ ਹੀ ਕੰਟਰੋਲ ਕਰਨਾ ਹੈ। ਆਉਣ ਵਾਲੇ ਜਿਹੜੇ ਸਾਡੇ ਭੈਣ ਭਾਈ ਹੈ, ਸਿਬਲਿੰਗਸ ਹੈ, ਉਹਨਾਂ ਲਈ ਕਿਤੇ ਕੈਨੇਡਾ ਇੱਕ ਸੁਪਨਾ ਬਣ ਕੇ ਨਾ ਰਹਿ ਜਾਵੇ, ਇਹ ਬਹੁਤ ਜ਼ਰੂਰੀ ਹੈ। ਜੀ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਤੁਸੀਂ ਪੰਜਾਬ 'ਚ ਪੜ੍ਹੇ ਹੋ, ਮੈਨੂੰ ਪਤਾ ਲੱਗਾ ਤੁਸੀਂ ਅੰਮ੍ਰਿਤਸਰ ਤੋਂ, ਹਨਾ? ਮੈਂ ਜਲੰਧਰ ਤੋਂ ਹੀ ਹਾਂ। ਜਲੰਧਰ ਤੋਂ, ਅੱਛਾ। ਪਿਛੋਕੜ ਸਾਡਾ ਬੇਸਿਕਲੀ ਸਾਰੇ ਬੇਦੀਆਂ ਦਾ ਤਾਂ ਡੇਰਾ ਬਾਬਾ ਨਾਨਕ ਹੀ ਹੈ, ਬਟ ਸਾਡਾ ਜਿਹੜਾ ਪਿੰਡ ਹੈ ਜੀ ਮੁਚਰੋਵਾਲ ਹੈ। ਮੇਰੇ ਗ੍ਰੈਂਡਫਾਦਰ ਸਰਪੰਚ ਰਹਿ ਚੁੱਕੇ ਉੱਥੋਂ ਬਹੁਤ ਵਾਰ, ਔਰ ਜਲੰਧਰ ਆਪਾਂ ਲਗਭਗ 25 ਸਾਲ ਪਹਿਲੇ ਆ ਗਏ ਸੀਗੇ, ਸੋ ਜਲੰਧਰ ਰਹੇ। ਤੇ ਫਿਰ ਤੁਸੀਂ ਸਿਨੈਰੀਓ ਨੂੰ ਪੂਰੇ ਨੂੰ ਕਿਵੇਂ ਦੇਖਦੇ ਹੋ? ਅਸੀਂ ਤਾਂ ਕਿਉਂਕਿ ਸਾਨੂੰ ਲੱਗਦਾ ਹੁੰਦਾ ਕਿ ਯਾਰ ਬਹੁਤ ਬੱਚੇ, ਅਸੀਂ ਤਾਂ ਹਮੇਸ਼ਾ ਇਸ ਚੀਜ਼ ਨੂੰ ਲੈ ਕੇ ਦੁੱਖ ਜਤਾਉਂਦੇ ਹਾਂ ਕਿ ਬੱਚੇ ਬਾਹਰ ਜਾ ਰਹੇ ਨੇ, ਹਨਾ? ਫਿਰ ਬੱਚਿਆਂ ਦਾ ਵੀ ਆਪਣੇ ਰੀਜ਼ਨਸ ਹੁੰਦੇ ਨੇ ਵੀ ਅਸੀਂ ਪੰਜਾਬ 'ਚ ਰਹਿ ਕੇ ਕੀ ਕਰੀਏ ਜਦੋਂ ਕੁਝ ਹੈ ਹੀ ਨਹੀਂ ਸਾਡੇ ਕੋਲ, ਹਨਾ? ਤੁਸੀਂ ਐਜ਼ ਅ ਕੰਸਲਟੈਂਟ ਤੁਸੀਂ ਪੂਰਾ ਸਿਨੈਰੀਓ ਕਿਵੇਂ ਦੇਖਦੇ ਹੋ ਵੀ ਇਹ ਚੀਜ਼ ਵਧੀਆ ਘਟੀਆ ਜਾਂ ਫਿਰ ਇਹ ਹੋਣਾ ਹੀ ਪੈਣਾ ਆ, ਕਿਉਂਕਿ ਹੁਣ ਅੱਗੇ ਸਮਾਂ ਚੇਂਜ ਹੋ ਰਿਹਾ ਪੰਜਾਬ 'ਚ, ਜੇ ਬੱਚਾ ਮਿਲੂਗਾ ਤਾਂ ਫਿਰ ਉਹਨਾਂ ਨੂੰ ਬਾਹਰ ਜਾਣਾ ਪੈਣਾ। ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ? ਦੇਖੋ, ਪੰਜਾਬ ਦਾ ਮੁੰਡਾ ਹੋਣ ਦੇ ਨਾਤੇ ਮੈਂ ਸੋਚਦਾ ਕਿ ਇੱਥੇ ਵੀ ਓਪਰਚੁਨਿਟੀਜ਼ ਹੈਗੀਆਂ, ਆਪਸ਼ਨਸ ਇੱਥੇ ਵੀ ਵਧਾ ਸਕਦੇ ਆ। ਬਟ ਪੋਪੂਲੇਸ਼ਨ, ਕਿਉਂਕਿ 125-150 ਕਰੋੜ ਦੀ ਪੋਪੂਲੇਸ਼ਨ ਵਰਸਸ 3.5 ਕਰੋੜ ਦੀ ਪੋਪੂਲੇਸ਼ਨ, ਮਤਲਬ ਤੁਸੀਂ ਇਹਨਾਂ ਨੂੰ ਗਰਾਊਂਡ 'ਚ ਭਜਾਣਾ ਸ਼ੁਰੂ ਕਰ ਦਿਓ ਤਾਂ ਤੁਸੀਂ ਆਪ ਇਮੇਜਿਨ ਕਰ ਲਓ ਕਿ ਰੇਸ ਵਿੱਚ ਕੰਪੀਟੀਸ਼ਨ ਕਿੰਨਾ ਵੱਧ ਗਿਆ। ਬੱਚਾ ਹੁਣ ਉਹ ਕੰਪੀਟੀਸ਼ਨ ਨਹੀਂ ਫੇਸ ਕਰਨਾ ਚਾਹੁੰਦਾ। ਔਰ ਕੈਨੇਡਾ ਵਿੱਚ ਆਪਸ਼ਨਸ, ਓਪਰਚੁਨਿਟੀਜ਼, ਰਿਸੋਰਸਿਸ, ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਹੈ। ਕੋਵਿਡ ਦੀ ਗੱਲ ਕਰ ਲਓ, ਮਤਲਬ ਲੋਕਾਂ ਨੂੰ ਜਿਹੜੇ ਪੱਕੇ ਸੀ ਉੱਥੇ $2,000 ਦੀ ਮਹੀਨੇ ਦੀ ਸਪੋਰਟ ਮਿਲੀ। ਕਾਰੋਬਾਰੀਆਂ ਨੂੰ $40,000 ਦਾ ਲੋਨ ਦਿੱਤਾ ਗਿਆ, ਇਹ ਕਹਿ ਕੇ ਕਿ 3 ਸਾਲਾਂ ਬਾਅਦ 30,000 ਮੋੜਨਾ। ਸੋ ਇਹ ਜਿਹੜੇ, ਕਿਉਂਕਿ ਪੋਪੂਲੇਸ਼ਨ ਘੱਟ ਹੈ, ਉਹ ਉਸ ਪੱਖੋਂ ਲੋੜ ਹੈ ਉਹਨਾਂ ਨੂੰ, ਔਰ ਆਪਣੇ ਬੱਚਿਆਂ ਲਈ ਵਧੀਆ ਵੀ ਹੈ। ਸਿੰਪਲ ਜੀ ਐਗਜ਼ਾਮਪਲ, ਸਾਲ 2000 ਵਿੱਚ 3000 ਬੱਚਾ ਜਾ ਰਿਹਾ ਸੀ, ਹੁਣ 2 ਲੱਖ ਜਾ ਰਿਹਾ। ਸੋ ਬ੍ਰੇਨ ਡਰੇਨ ਤਾਂ ਹੋ ਰਿਹਾ, ਦੁੱਖ ਵੀ ਹੁੰਦਾ ਕਈ ਵਾਰੀ, ਪਰ ਇਹ ਅਗੇਨ ਹੈ ਬੱਚਿਆਂ ਦਾ ਨਿੱਜੀ ਫੈਸਲਾ ਹੈ। ਬਟ ਇੰਡੀਆ ਦੇ ਵਿੱਚ ਵੀ ਆਪਸ਼ਨਸ ਹੈ, ਓਪਰਚੁਨਿਟੀਜ਼ ਹੈ। ਚੰਗੀ ਪੜ੍ਹਾਈ ਕਰਕੇ, ਚੰਗੀ ਤਾਲੀਮ ਕਰਕੇ ਇੱਥੇ ਵੀ ਵਧੀਆ ਨੌਕਰੀਆਂ ਕੀਤੀਆਂ ਜਾ ਸਕਦੀਆਂ। ਤੁਸੀਂ ਇੱਕ ਐਵਰੇਜ ਡਿਵੈਲਪਰ ਲੈ ਲਓ ਹਿੰਦੁਸਤਾਨ ਵਿੱਚ, ਅੱਜ ਕੱਲ੍ਹ 12 ਤੋਂ 15 ਲੱਖ ਰੁਪਈਆ ਸਾਲ, 1.5 ਸਾਲ ਦੇ ਐਕਸਪੀਰੀਅੰਸ ਵਾਲਾ ਇੱਕ ਐਵਰੇਜ ਸੌਫਟਵੇਅਰ ਡਿਵੈਲਪਰ ਅਰਨ ਕਰ ਰਿਹਾ। ਸੋ ਇੱਦਾਂ ਦੇ ਬਹੁਤ ਪ੍ਰੋਫੈਸ਼ਨ ਹੈ ਜਿੱਥੇ ਇੰਡੀਆ 'ਚ ਵੀ ਕਮਾਇਆ ਜਾ ਸਕਦਾ ਹੈ। ਬਟ ਕੈਨੇਡਾ ਵਿੱਚ ਕੰਪੀਟੀਸ਼ਨ ਘੱਟ ਹੋਣ ਕਰਕੇ ਬੱਚੇ ਥੋੜ੍ਹਾ ਜਿਹਾ ਜ਼ਿਆਦਾ ਰੁਝਾਨ ਵਧਿਆ ਹੋਇਆ ਹੈ। ਉਹ ਅਗੇਨ ਇਹ ਨਿੱਜੀ ਫੈਸਲਾ ਹੈ that the student and the family will have to take. ਜੀ, ਥੈਂਕ ਯੂ ਸੋ ਮਚ ਗੱਲਬਾਤ ਕਰਨ ਦੇ ਲਈ। ਤਾਂ ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਵੀ ਹੋਈਆਂ ਨੇ ਪਵਨੂਰ ਹੋਰਾਂ ਦੇ ਨਾਲ, ਉਹ ਬੱਚਿਆਂ ਦੇ ਲਈ ਫਾਇਦੇਮੰਦ ਹੋਣਗੀਆਂ ਤੇ ਬੱਚੇ ਵੀ ਸਮਝਣਗੇ ਕਿ ਕੈਨੇਡਾ ਜਾ ਕੇ ਸੈਟਲ ਹੋਣਾ ਹੀ ਸਾਡਾ ਮੇਨ ਮਕਸਦ ਨਹੀਂ ਹੋਣਾ ਚਾਹੀਦਾ। ਪੰਜਾਬੀਆਂ ਨੇ ਪੜ੍ਹਨਾ ਵੀ ਹੈ, ਪੰਜਾਬੀਆਂ ਨੇ ਆਪਣਾ ਮਾਨਸਿਕ ਵਿਕਾਸ ਵੀ ਕਰਨਾ ਹੈ। ਇਸ ਕਰਕੇ ਚਾਹੇ ਤੁਸੀਂ ਪੰਜਾਬ ਦੇ ਵਿੱਚੋਂ ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਜਾ ਰਹੇ ਹੋ, ਤਾਂ ਅਜਿਹੇ ਕੋਰਸ ਜਿਹੜੇ ਨੇ ਉਹ ਚੂਜ਼ ਕਰੋ ਜਿਹੜੇ ਨਾਲ ਦੀ ਨਾਲ ਤੁਹਾਨੂੰ ਐਜੂਕੇਟ ਵੀ ਕਰ ਸਕਣ, ਅਤੇ ਤੁਸੀਂ ਕੱਲ੍ਹ ਨੂੰ ਕਹਿਣ ਜੋਗੇ ਹੋਵੋ ਕਿ ਹਾਂਜੀ ਅਸੀਂ ਕੁਝ ਨਾ ਕੁਝ ਕਰ ਵੀ ਰਹੇ ਹਾਂ, ਕੁਝ ਪੜ੍ਹ ਵੀ ਰਹੇ ਹਾਂ ਤੇ ਆਪਣੇ ਪੱਧਰ ਦੇ ਉੱਤੇ, ਆਪਣੇ ਪੈਰਾਂ ਦੇ ਉੱਤੇ ਖੁਦ ਖੜੇ ਹੋ ਕੇ ਕਮਾ ਵੀ ਰਹੇ ਹਾਂ। ਤਾਂ ਕੈਨੇਡਾ ਜਾਣ ਦੇ ਪਿੱਛੇ ਇੱਕ ਜਿਹੜੀ ਭੱਜ ਨੱਠ ਪਈ ਹੋਈ ਹੈ ਨਾ, ਉਹਦੇ ਪਿੱਛੇ ਨਾ ਜਾਇਆ ਜਾਵੇ। ਪੂਰਾ ਮਾਹੌਲ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਕੋਰਸਿਸ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਸ ਦੇ ਲਈ ਤੁਸੀਂ ਪਿਰਾਮਿਡ ਈ ਸਰਵਿਸਿਜ਼ ਆ ਸਕਦੇ ਹੋ, ਇਹਨਾਂ ਦੇ ਨਾਲ ਆਨਲਾਈਨ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਐਜੂਕੇਸ਼ਨ ਫੇਅਰ ਇਹਨਾਂ ਦੇ ਵੱਲੋਂ ਰੱਖਿਆ ਜਾ ਰਿਹਾ 12 ਸਤੰਬਰ ਤੋਂ, ਉਸ ਦੇ ਵਿੱਚ ਆ ਕੇ ਵੀ ਗੱਲਬਾਤ ਕਰ ਸਕਦੇ ਹੋ। ਤਾਂ ਕੈਮਰਾਮੈਨ ਸਾਗਰ ਦੇ ਨਾਲ ਮੈਂ ਨਵਜੋਤ ਕੌਰ, ਜਲੰਧਰ।